ਤੇ ਜਿਸ ਤਰ੍ਹਾਂ ਆਪਾਂ ਪਹਿਲੇ ਜ਼ਿਕਰ ਕੀਤਾ ਸੀਗਾ ਕਿ ਆਨੰਦ ਕਾਰਜ ਜਿਹੜਾ ਹੈ ਉਹ ਕੀ ਚੀਜ਼ ਹੈ। ਔਰ ਆਨੰਦ ਕਾਰਜ ਆਪਾਂ ਉਸ ਨੂੰ ਕਹਿ ਸਕਦੇ ਹਾਂ, ਅੰਗਰੇਜ਼ੀ ਦੇ ਵਿੱਚ ਵਰਡ ਯੂਜ਼ ਕਰ ਲੈਂਦੇ ਹਾਂ, ਉਸ ਨੂੰ ਆਨੰਦ ਸੰਸਕਾਰ ਵੀ ਵਰਡ ਕਿਹਾ ਜਾਂਦਾ ਹੈ। ਇਹ ਜਿਹੜੀ ਪ੍ਰੋਸੈਸ ਹੈ, ਇਹ ਅਸੀਂ ਪਿਛਲੀ ਵਾਰੀ ਜਿਸ ਵੇਲੇ ਗੁਰੂ ਸਾਹਿਬ ਦੇ ਜਿਹੜੇ 52 ਹੁਕਮ ਨੇ ਉਹਨਾਂ ਦਾ ਵਿਚਾਰ ਕਰ ਰਹੇ ਸੀ ਤੇ ਉਦੋਂ ਕਨਸੈਪਟ ਆਇਆ, ਗੱਲ ਆਈ ਕਿ ਆਨੰਦ ਕਾਰਜ ਵਿਆਹ ਤੋਂ ਬਿਨਾਂ ਗ੍ਰਹਸਥ ਜੀਵਨ ਨਹੀਂ ਬਿਤਾਉਣਾ। ਐਂਡ ਸੋ ਉੱਥੋਂ ਇਹ ਗੱਲ ਆਈ ਕਿ ਵੀ ਅਗਰ ਅਸੀਂ ਇਹ ਕਹਿੰਦੇ ਹਾਂ, ਗੁਰੂ ਸਾਹਿਬ ਇਹ ਕਹਿ ਰਹੇ ਨੇ ਕਿ ਆਨੰਦ ਕਾਰਜ ਤੋਂ ਬਗੈਰ ਗ੍ਰਹਸਥ ਜੀਵਨ ਨਹੀਂ ਬਿਤਾਉਣਾ, ਤੇ ਆਨੰਦ ਕਾਰਜ ਫਿਰ ਹੈ ਕੀ ਔਰ ਉਸ ਦੀ ਜ਼ਰੂਰਤ ਕਿਉਂ ਪਈ। ਔਰ ਜੋ ਅਸੀਂ ਅੱਜ ਕਰ ਰਹੇ ਹਾਂ ਜਾਂ ਜੋ ਪ੍ਰੋਸੈਸ ਅਸੀਂ ਫੋਲੋ ਕਰ ਰਹੇ ਹਾਂ, ਕੀ ਉਸ ਪ੍ਰੋਸੈਸ ਦੇ ਵਿੱਚ ਅਸੀਂ ਜੋ ਗੁਰੂ ਸਾਹਿਬ ਦੀ ਇੰਟੈਂਸ਼ਨ ਸੀ, ਕਿਉਂਕਿ ਉਸ ਵੇਲੇ ਵੀ ਇੱਕ ਮੈਰਿਜ ਦੀ ਪ੍ਰੋਸੈਸ ਸੀਗੀ, ਜਿਸ ਵੇਲੇ ਈਵਨ ਗੁਰੂ ਨਾਨਕ ਦੇਵ ਜੀ ਦੀ ਵੀ ਮੈਰਿਜ ਹੋਈ ਹੈ ਜਾਂ ਹੋਰ ਗੁਰੂ ਸਾਹਿਬ ਦੀ ਮੈਰਿਜ ਹੋਈ ਹੈ, ਉਸ ਵੇਲੇ ਇੱਕ ਸੁਸਾਇਟੀ ਦੇ ਵਿੱਚ ਪ੍ਰੋਸੈਸ ਅਵੇਲੇਬਲ ਸੀਗੀ। ਪਰ ਗੁਰੂ ਸਾਹਿਬ ਨੇ ਆਨੰਦ ਕਾਰਜ ਸ਼ੁਰੂ ਕੀਤਾ ਕਿਉਂ? ਉਹਨਾਂ ਨੂੰ ਉਸ ਪ੍ਰੋਸੈਸ ਦੇ ਨਾਲ ਕੀ ਪ੍ਰੋਬਲਮ ਸੀਗੀ ਜਾਂ ਉਹਨਾਂ ਨੂੰ ਕੀ ਉਸ ਸੇ ਵੀ ਠੀਕ ਨਹੀਂ ਲੱਗਾ? ਔਰ ਜੋ ਉਹਨਾਂ ਨੂੰ ਠੀਕ ਨਹੀਂ ਲੱਗਾ, ਕੀ ਅਸੀਂ ਅੱਜ ਉਸ ਚੀਜ਼ ਤੋਂ ਬਚੇ ਹੋਏ ਹਾਂ ਜਾਂ ਕੀ ਅਸੀਂ ਅੱਜ ਫਿਰ ਉਸੇ ਪਾਸੇ ਜਾ ਰਹੇ ਹਾਂ? ਮੈਂ ਇਹਨੂੰ ਆਪਣੀ ਸਮਝ ਮੁਤਾਬਿਕ ਤਾਂ ਹੀ ਸਭ ਨੂੰ ਬੇਨਤੀ ਕੀਤੀ ਸੀਗੀ ਵੀ ਆਪਾਂ ਉਸ ਨੂੰ ਡਿਸਕਸ ਕਰਕੇ ਕਰੀਏ। ਇਸ ਨੂੰ ਮੈਂ ਦੋ ਹਿੱਸਿਆਂ ਦੇ ਵਿੱਚ ਬ੍ਰੇਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਇੱਕ ਉਸ ਦੀ ਜਿਹੜੀ ਪ੍ਰੋਸੈਸ ਹੈ, ਥੋੜੀ ਜਿਹੀ ਹਿਸਟਰੀ ਔਰ ਪ੍ਰੋਸੈਸ ਜੋ ਮੈਂ ਉਹਦੀ ਦੇਖੀ, ਔਰ ਦੂਸਰਾ ਜਿਹੜਾ ਲਾਵਾਂ ਨੇ, ਵੀ ਲਾਵਾਂ ਦੇ ਉੱਤੇ ਅਸੀਂ ਥੋੜਾ ਜਿਹਾ ਵਿਚਾਰ ਕਰੀਏ। ਸੋ ਉਹ ਜਿਹੜਾ ਲਾਵਾਂ ਦੇ ਉੱਤੇ ਇੱਕ ਸਪਿਰਿਚੁਅਲ ਐਸਪੈਕਟ ਹੈ, ਉਹ ਆਪਾਂ ਨੈਕਸਟ ਟਾਈਮ ਫਿਰ ਕਿਸੇ ਵੇਲੇ ਕਰਾਂਗੇ। ਅੱਜ ਆਪਾਂ ਸਿਰਫ ਪ੍ਰੋਸੈਸ ਜਿਹੜੀ ਹੈ ਉਸ ਤੇ ਫੋਕਸ ਰੱਖਾਂਗੇ। ਇਸ 'ਚ ਵੈਰੀ ਬਰੀਫਲੀ ਆਪਾਂ ਪਹਿਲੇ ਡਿਸਕਸ ਕੀਤਾ ਸੀਗਾ ਕਿ ਮੈਰਿਜ ਕੀ ਚੀਜ਼ ਹੈ। ਸਿੱਖ ਮੈਰਿਜ ਹੈ, ਹਿੰਦੂ ਮੈਰਿਜ ਹੈ, ਕ੍ਰਿਸਚੀਅਨ ਮੈਰਿਜ ਹੈ, ਕੋਈ ਵੀ ਮੈਰਿਜ ਹੈ। ਮੈਰਿਜ ਹੈ ਕਿ ਜੋ ਮੈਂ ਸਮਝ ਸਕਿਆ ਇੱਕ ਸੋਸ਼ਲ ਕਨਸਟਰਕਟ ਹੈ, ਇੱਕ ਪ੍ਰੋਸੈਸ ਹੈ ਜਿਸ ਦੇ ਵਿੱਚ ਕਿ ਦੋ ਇਨਸਾਨ ਜਿਹੜੇ ਨੇ ਉਹ ਇੱਕ ਕਮਿਟਮੈਂਟ ਕਰਦੇ ਨੇ ਇੱਕ ਦੂਸਰੇ ਦੇ ਪ੍ਰਤੀ ਕਿ ਵੀ ਅਸੀਂ ਇੱਕ ਦੂਸਰੇ ਦੇ ਪ੍ਰਤੀ ਕਮਿਟਡ ਰਵਾਂਗੇ ਇੱਕ ਰਿਲੇਸ਼ਨਸ਼ਿਪ ਦੇ ਵਿੱਚ, ਜਿਸ ਰਿਲੇਸ਼ਨਸ਼ਿਪ ਨੂੰ ਪਬਲਿਕ ਬਣਾਉਂਦੇ ਨੇ ਔਰ ਉਸ ਦੀ ਕੋਈ ਨਾ ਕੋਈ ਸਮਾਜਿਕ ਜਾਂ ਆਫੀਸ਼ੀਅਲ ਉਸ ਦੀ ਇੱਕ ਵੈਲੀਡੇਸ਼ਨ ਉਹ ਕਰਦੇ ਨੇ, ਗਵਰਨਮੈਂਟ ਕੋਲੋਂ ਉਸ ਦੀ ਲੈਂਦੇ ਨੇ ਕੋਈ ਮੈਰਿਜ ਸਰਟੀਫਿਕੇਟ ਦੇ ਥਰੂ ਜਾਂ ਸੰਗਤ ਦੇ ਵਿੱਚ ਆ ਕੇ ਉਹ ਕਹਿੰਦੇ ਨੇ ਵੀ ਹਾਂਜੀ ਅਸੀਂ ਇੱਕ ਦੂਸਰੇ ਦੇ ਨਾਲ ਇਕੱਠੇ ਰਹਿਣ ਦੀ ਕਮਿਟਮੈਂਟ ਕੀਤੀ ਹੈ। ਉਸ ਨੂੰ ਫਾਰਮਲਾਈਜ਼ ਕਰਨ ਵਾਸਤੇ ਕਈ ਡਿਫਰੈਂਟ ਤਰੀਕੇ ਜਿਹੜੇ ਨੇ ਉਹ ਬਣਾਏ ਗਏ ਨੇ। ਹੁਣ ਜਿਹੜੀਆਂ ਸੁਸਾਇਟੀਜ਼ ਦੇ ਵਿੱਚ ਅਸੀਂ ਅੱਜ ਰਹਿ ਰਹੇ ਹਾਂ, ਜੋ ਚੀਜ਼ਾਂ ਅੱਜ ਕੱਲ੍ਹ ਹੋ ਰਹੀਆਂ ਨੇ, ਉਸ ਦੇ ਵਿੱਚ ਹੋਰ ਕਈ ਚੇਂਜਸ ਆਏ ਨੇ, ਜਿਹਦੇ ਵਿੱਚ ਕਿ ਕਾਮਨਲੀ ਅਸੀਂ ਦੇਖਦੇ ਹਾਂ ਕਿ ਇੱਕ ਚੀਜ਼ ਆ ਰਹੀ ਹੈ ਜਿਸ ਨੂੰ ਕਾਮਨ ਲਾਅ ਕਹਿੰਦੇ ਨੇ ਜਾਂ ਲਿਵ ਇਨ ਪਾਰਟਨਰਸ਼ਿਪਸ ਹੈਗੀਆਂ ਨੇ ਜਾਂ ਓਪਨ ਰਿਲੇਸ਼ਨਸ਼ਿਪਸ ਨੇ, ਠੀਕ ਹੈ। ਔਰ ਪਿਛਲੀ ਵਾਰੀ ਵੀ ਅਸੀਂ ਇਹ ਵਿਚਾਰ ਕੀਤਾ ਸੀਗਾ ਕਿ ਵੀ ਮੇਰੇ ਹਿਸਾਬ ਦੇ ਨਾਲ ਸਿੱਖ ਫਲਸਫੇ ਦੇ ਵਿੱਚ ਇਹਨਾਂ ਚੀਜ਼ਾਂ ਦੀ ਕੋਈ ਜਗ੍ਹਾ ਨਹੀਂ ਹੈ। ਸੋ ਇਹ ਇੱਕ ਫਿਰ ਵੀ ਇੰਪੋਰਟੈਂਟ ਚੀਜ਼ ਹੈ ਜਿੱਥੇ ਮੈਂ ਚਾਹਾਂਗਾ ਕਿ ਅਸੀਂ ਕੋਈ ਨਾ ਕੋਈ ਡਿਸਕਸ਼ਨ ਜ਼ਰੂਰ ਇਸ ਦੇ ਵਿੱਚ ਇਸ ਨੂੰ ਲੈ ਕੇ ਆਈਏ। ਮੈਰਿਜ ਦਾ ਜਿਹੜਾ ਇੱਕ ਮੈਨੂੰ ਜੋ ਲੱਗਾ ਕਿ ਇੱਕ ਸੋਸ਼ਲ ਕਨਸਟਰਕਟ ਬਣਾਉਣ ਦਾ ਰੀਜ਼ਨ ਇਹ ਸੀਗਾ ਕਿ ਵੀ ਉਹ ਇੱਕ ਨਿਯਮਬੱਧ ਤਰੀਕੇ ਦੇ ਨਾਲ ਇਨਸਾਨ ਨੂੰ ਜ਼ਿੰਦਗੀ ਬਿਤਾਉਣ ਦਾ ਇੱਕ ਤਰੀਕਾ ਦਿੰਦਾ ਹੈ, ਜਿੱਥੇ ਕਿ ਉਸ ਕਨਸਟਰਕਟ ਤੋਂ ਬਾਹਰ ਜੋ ਕੁਝ ਹੈ ਉਸ ਨੂੰ ਇਲੀਗਲ ਮੰਨਿਆ ਜਾਂਦਾ ਹੈ। ਔਰ ਉਸ ਨੂੰ ਡਿਫਰੈਂਟ ਧਰਮਾਂ ਨੇ ਇੱਕ ਰਿਲੀਜੀਅਸ ਸੈਂਕਟਿਟੀ ਦਿੱਤੀ ਕਿ ਜੇ ਤੁਸੀਂ ਉਹਨੂੰ ਫੋਲੋ ਕਰ ਰਹੇ ਹੋ ਤੇ ਉਹ ਮੋਰੈਲਿਟੀ ਹੈ, ਅਗਰ ਤੁਸੀਂ ਉਸ ਪ੍ਰੋਪਰ ਪ੍ਰੋਸੈਸ ਨੂੰ ਨਹੀਂ ਫੋਲੋ ਕਰ ਰਹੇ ਤੇ ਉਹ ਸਿਰਫ ਇਲੀਗਲ ਹੀ ਨਹੀਂ ਹੈ, ਉਹ ਇਮੋਰਲ ਵੀ ਹੈ ਜਾਂ ਇਲੀਗਲ ਹੈ। ਔਰ ਰਿਲੀਜਨ ਨੇ ਉਸ ਨੂੰ ਸਿਨ ਜਾਂ ਗੁਨਾਹ ਦਾ ਜਗ੍ਹਾ ਜਿਹੜੀ ਹੈ ਉਹ ਦਿੱਤੀ ਹੈ। ਸੋ ਹੁਣ ਗੱਲ ਆ ਜਾਂਦੀ ਹੈ ਕਿ ਆਨੰਦ ਕਾਰਜ ਦੀ ਜ਼ਰੂਰਤ ਕਿਉਂ ਪਈ ਔਰ ਉਸ ਦੇ ਵਿੱਚ ਕੀ ਐਸੀਆਂ ਚੀਜ਼ਾਂ ਨੇ ਜਿਹੜੀਆਂ ਕਰਨੀਆਂ ਨੇ ਔਰ ਕੀ ਐਸੀਆਂ ਚੀਜ਼ਾਂ ਨੇ ਜਿਹੜੀਆਂ ਨਹੀਂ ਕਰਨੀਆਂ। ਜੋ ਮੈਂ ਥੋੜਾ ਬਹੁਤਾ ਸਮਝ ਸਕਿਆ ਕਿ ਗੁਰੂ ਸਾਹਿਬ ਨੇ ਇਹ ਗੱਲ ਦੇਖੀ ਕਿ ਸੁਸਾਇਟੀ ਦੇ ਵਿੱਚ ਕੁਝ ਪ੍ਰੋਬਲਮਸ ਨੇ, ਕੁਝ ਏਲਮੈਂਟਸ ਨੇ, ਉਹ ਜਿਹੜੀਆਂ ਬੁਰਾਈਆਂ ਨੇ ਸੁਸਾਇਟੀ ਦੇ ਵਿੱਚ, ਉਹਨਾਂ ਕਰਕੇ ਸੁਸਾਇਟੀ ਜਿਹੜੀ ਹੈ ਉਹ ਗਲਤ ਪਾਸੇ ਜਾ ਰਹੀ ਹੈ। ਔਰ ਉਸ ਰਿਐਕਸ਼ਨ ਦੇ ਤੌਰ ਦੇ ਉੱਤੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਇੱਕ ਜਿਹੜੀ ਉਹਨਾਂ ਦਾ ਫਲਸਫਾ ਹੈ ਉਸ ਨੂੰ ਉਹਨਾਂ ਨੇ ਸ਼ੇਅਰ ਕੀਤਾ ਸੰਗਤ ਦੇ ਨਾਲ, ਭਾਵੇਂ ਉਹ ਸਪਿਰਿਚੁਅਲ ਸੀਗਾ ਜਾਂ ਸੋਸ਼ਲ ਸੀਗਾ। ਔਰ ਉਹਨਾਂ ਦੇ ਹੌਲੀ ਹੌਲੀ ਫਾਲੋਵਰਸ ਉਹਨਾਂ ਦੇ ਨਾਲ ਜੁੜਦੇ ਗਏ ਔਰ ਉਹ ਇੱਕ ਜਿਹੜਾ ਕਾਰਵਾਂ ਸੀਗਾ 10 ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਨਾਲ ਚੱਲਦਾ ਹੋਇਆ, ਉਸਨੇ ਇੱਕ ਸਿੱਖ ਐਂਟੀਟੀ ਜਿਹੜੀ ਹੈ ਉਸ ਨੂੰ ਸ਼ੇਪ ਦਿੱਤੀ। ਉਸ ਦਾ ਮੂਲ ਕਾਰਨ ਜੋ ਮੈਂ ਸਮਝ ਸਕਿਆ ਉਹ ਇਹ ਹੈ ਕਿ ਗੁਰੂ ਸਾਹਿਬ ਨੇ ਇਹ ਗੱਲ ਦੇਖੀ ਕਿ ਉਸ ਵੇਲੇ ਦੇ ਜਿਹੜੇ ਮੁੱਖ ਧਰਮ ਸੀਗੇ
ਹਿੰਦੂ ਧਰਮ ਸੀਗਾ ਜਾਂ ਇਸਲਾਮ ਸੀਗਾ, ਜਿਹੜੀਆਂ ਉਹਨਾਂ ਦੀਆਂ ਪ੍ਰੋਸੈਸਿਸ ਸੀਗੀਆਂ ਉਹ ਉਸ ਦੇ ਵਿੱਚ ਇੰਨੇ ਜ਼ਿਆਦਾ ਫਸ ਚੁੱਕੇ ਸੀਗੇ ਕਿ ਉਹ ਪ੍ਰੋਸੈਸਿਸ ਨੂੰ ਉਹ ਗਲਤ ਕਰ ਰਹੇ ਸਨ, ਔਰ ਉਹ ਪ੍ਰੋਸੈਸ ਦੇ ਉੱਤੇ ਉਹਨਾਂ ਦਾ ਜ਼ਿਆਦਾ ਧਿਆਨ ਸੀਗਾ। ਉਹਨਾਂ ਦਾ ਧਿਆਨ ਉਸ ਪਰਮਾਤਮਾ ਵੱਲ ਨਹੀਂ ਸੀ ਜੋ ਕਿ ਉਹ ਪ੍ਰੋਸੈਸ ਉਹਨਾਂ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੀ ਸੀ। ਗੁਰੂ ਸਾਹਿਬ ਕਹਿੰਦੇ ਨੇ, ਹਿੰਦੂ ਮੂਲੇ ਭੂਲੇ ਅਖੁੱਟੀ ਜਾਏ। ਮੂਲ ਜਿਹੜਾ ਹੈ, ਆਪਣਾ ਬੇਸਿਕ ਪਰਪਸ ਜਿਹੜਾ ਹੈ, ਉਸ ਨੂੰ ਹਿੰਦੂ ਭੁੱਲ ਗਿਆ ਹੈ, ਔਰ ਉਹ ਜਿਸ ਪਰਮਾਤਮਾ ਦੇ ਨਾਲ ਜੁੜਨਾ ਚਾਹੁੰਦਾ ਹੈ ਉਸ ਪਰਮਾਤਮਾ ਨੂੰ ਭੁੱਲ ਗਿਆ ਹੈ। ਔਰ ਅੰਧੇ ਗੂੰਗੇ ਅੰਧ ਅੰਧਾਰ, ਬਲਾਈਂਡ ਲੋਕਾਂ ਵਾਂਗ, ਜੋ ਉਹਨਾਂ ਨੂੰ ਨਾਰਦ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਨਾਰਦ ਮੁਨੀ ਜਿਹੜਾ ਹੈ ਉਹ ਜੋ ਉਹਨਾਂ ਨੂੰ ਦੱਸ ਰਿਹਾ ਹੈ ਕਿ ਤੁਸੀਂ ਇਸ ਨੂੰ ਪੂਜੋ, ਏਦਾਂ ਪੂਜੋ, ਉਹ ਉਸ ਚੀਜ਼ ਨੂੰ ਉਹ ਫੋਲੋ ਕਰੀ ਜਾ ਰਹੇ ਨੇ। ਇਸੇ ਤਰ੍ਹਾਂ ਗੁਰੂ ਸਾਹਿਬ ਨੇ ਮੁਸਲਮਾਨਾਂ ਬਾਰੇ ਵੀ ਕਹਿ ਰਹੇ ਕਿ ਵੀ ਉਹ ਸ਼ਰੀਅਤ ਦੇ ਵਿੱਚ ਵਿਸ਼ਵਾਸ ਰੱਖਦੇ ਨੇ, ਪਰ ਸ਼ਰੀਅਤ ਨੂੰ ਇੰਨਾ ਜ਼ਿਆਦਾ ਫੋਲੋ ਕਰ ਰਹੇ ਨੇ ਕਿ ਸ਼ਰੀਅਤ ਨੂੰ ਫੋਲੋ ਕਰਦੇ ਕਰਦੇ ਉਹਨਾਂ ਦਾ ਧਿਆਨ ਸਾਰਾ ਸ਼ਰੀਅਤ ਦੇ ਉੱਤੇ ਪੈ ਗਿਆ, ਉਸ ਪ੍ਰੋਸੈਸ ਤੇ ਪੈ ਗਿਆ ਜਿਸ ਅੱਲਾ ਦੇ ਨਾਲ ਉਸਨੇ ਜੋੜਨਾ ਹੈ, ਉਹਨੂੰ ਉਹ ਭੁੱਲ ਗਏ ਨੇ। ਸੋ ਮੈਨੂੰ ਲੱਗਦਾ ਵੀ ਇਹ ਕੁਝ ਐਸੀਆਂ ਉਸ ਵੇਲੇ ਸੋਸਾਇਟਲ ਪ੍ਰੋਬਲਮ ਸੀਗੀਆਂ ਜਿਨ੍ਹਾਂ ਕਰਕੇ ਕਿ ਗੁਰੂ ਸਾਹਿਬ ਨੂੰ ਲੱਗਾ ਕਿ ਵੀ ਮੈਨੂੰ ਇਸ ਤੋਂ ਹਟਣ ਦੀ ਜ਼ਰੂਰਤ ਹੈ। ਔਰ ਗੁਰੂ ਸਾਹਿਬ ਕਈ ਅੱਗੇ ਥਾਵਾਂ ਦੇ ਉੱਤੇ ਗੁਰਬਾਣੀ ਦੇ ਵਿੱਚ ਜ਼ਿਕਰ ਕਰਦੇ ਨੇ ਕਿ ਵੀ ਜਿਹੜੇ 5 ਵਿਕਾਰ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਉਹ ਸਾਨੂੰ ਕਿਸ ਤਰ੍ਹਾਂ ਉਸ ਪਰਮਾਤਮਾ ਤੋਂ ਜਾਂ ਆਪਣੇ ਮਕਸਦ ਤੋਂ ਤੋੜ ਰਹੇ ਨੇ। ਔਰ ਜਿਸ ਚੀਜ਼ ਨੇ ਸਾਨੂੰ ਜੋੜਨਾ ਸੀ ਪਰਮਾਤਮਾ ਦੇ ਨਾਲ, ਉਸ ਚੀਜ਼ ਦੇ ਉੱਤੇ ਸਾਡਾ ਕੋਈ ਧਿਆਨ ਹੀ ਨਹੀਂ ਹੈ। ਔਰ ਗੁਰਬਾਣੀ ਦੇ ਵਿੱਚ ਬਹੁਤ ਇਸ ਕਿਸਮ ਦੇ ਜਿਹੜੇ ਆਧਾਰ ਨੇ, ਸਾਨੂੰ ਐਗਜ਼ਾਮਪਲਸ ਜਿਹੜੇ ਨੇ ਉਹ ਮਿਲ ਜਾਂਦੇ ਨੇ। ਤੇ ਗੁਰੂ ਸਾਹਿਬ ਨੇ ਫਿਰ ਇੱਕ ਕਨਸੈਪਟ ਦਿੱਤਾ, ਦ ਕਨਸੈਪਟ ਆਫ ਅ ਸੋਲ ਬ੍ਰਾਈਡ, ਕਿ ਵੀ ਇਨਸਾਨ ਜਿਹੜਾ ਹੈ ਉਹ ਨਾਰ ਹੈ, ਨਾਰੀ ਹੈ, ਪੁਰਖ ਸਿਰਫ ਇੱਕ ਹੈ ਇਸ ਦੁਨੀਆ ਦੇ ਵਿੱਚ, ਔਰ ਉਹ ਪਰਮਾਤਮਾ ਹੈ। ਔਰ ਆਈ ਥਿੰਕ ਇਹੀ ਇੱਕ ਚੀਜ਼ ਹੈ ਜਿਹੜੀ ਕਿ ਮੇਲ ਔਰ ਫੀਮੇਲ ਦੀ ਇਕੁਆਲਿਟੀ ਸਾਨੂੰ ਦੱਸਦੀ ਹੈ ਸਿੱਖ ਧਰਮ ਦੇ ਵਿੱਚ, ਕਿ ਗੁਰੂ ਸਾਹਿਬ ਇਹ ਕਹਿੰਦੇ ਨੇ, ਇਸ ਜਗ ਮੇ ਪੁਰਖ ਏਕ ਹੈ, ਹੋਰ ਸਗਲੀ ਨਾਰ। ਉਹ ਜਿਹੜੀ ਨਾਰ ਹੈ, ਉਹ ਜਿਹੜੀ ਜੀਵ ਇਸਤਰੀ ਹੈ, ਉਸ ਦਾ ਉਸ ਪਰਮਾਤਮਾ ਦੇ ਨਾਲ ਜਿਹੜਾ ਰਿਲੇਸ਼ਨ ਹੈ, ਉਸ ਰਿਲੇਸ਼ਨ ਨੂੰ ਉਹਨਾਂ ਨੇ ਸਪਿਰਿਚੁਅਲ ਰਿਐਲਮ ਚੋਂ ਕੱਢ ਕੇ ਫਿਜ਼ੀਕਲ ਰਿਐਲਮ ਦੇ ਵਿੱਚ ਲਿਆਂਦਾ ਥਰੂ ਦ ਪ੍ਰੋਸੈਸ ਆਫ ਆਨੰਦ ਕਾਰਜ ਜਾਂ ਮੈਰਿਜ। ਦਿਸ ਇਜ਼ ਵਾਟ ਮਾਈ ਥਿੰਕਿੰਗ ਇਜ਼। ਹੁਣ ਇਸ ਦੇ ਵਿੱਚ ਅਸੀਂ ਪਹਿਲੇ ਵੀ ਇੱਕ ਵਾਰੀ ਵਿਚਾਰ ਕੀਤਾ ਸੀਗਾ ਕਿ ਵੀ ਇੱਕ ਬਕਾਇਦਾ ਕੋਰਸ ਚਲਾਇਆ ਜਾਵੇ, ਕਿਉਂਕਿ ਯੂਕੇ ਦੇ ਵਿੱਚ ਉਹਨਾਂ ਨੇ ਕੋਰਸ ਚਲਾਇਆ ਸੀਗਾ, ਬਟ ਐਨੀਵੇਜ਼ ਉਹ ਬਾਅਦ ਦੀ ਗੱਲ ਹੈ। ਥੋੜੀ ਜਿਹੀ ਇਸ ਦੀ ਹਿਸਟਰੀ ਵੈਰੀ ਕੁਇਕਲੀ ਅਗਰ ਮੈਂ ਸ਼ੇਅਰ ਕਰ ਸਕਾਂ ਤੁਹਾਡੇ ਨਾਲ। ਗੁਰੂ ਨਾਨਕ ਦੇਵ ਜੀ ਦੀ ਜਿਹੜੀ ਮੈਰਿਜ ਹੋਈ ਸੀਗੀ, ਉਹਨਾਂ ਦਾ ਜਿਹੜਾ ਆਨੰਦ ਕਾਰਜ ਸੀਗਾ, ਉਸ ਵੇਲੇ ਆਨੰਦ ਕਾਰਜ ਦਾ ਕਨਸੈਪਟ ਨਹੀਂ ਸੀਗਾ। ਉਸ ਵੇਲੇ ਅੱਗ ਦੇ ਆਲੇ ਦੁਆਲੇ, ਹਵਨ ਕੁੰਡ ਦੇ ਆਲੇ ਦੁਆਲੇ ਮੈਰਿਜਸ ਹੁੰਦੀਆਂ ਸੀ, ਪਰ ਗੁਰੂ ਸਾਹਿਬ ਨੇ ਹਵਨ ਕੁੰਡ ਦੇ ਆਲੇ ਦੁਆਲੇ ਮੈਰਿਜ ਨਹੀਂ ਸੀ ਕੀਤੀ। ਹਿਸਟਰੀ ਇਹ ਕਹਿੰਦੀ ਹੈ ਕਿ ਉਹਨਾਂ ਨੇ ਇੱਕ ਕਾਗਜ਼ ਦੇ ਉੱਤੇ ਮੂਲ ਮੰਤਰ ਜਿਹੜਾ ਸੀ ਉਹ ਲਿਖਿਆ ਸੀਗਾ, ਔਰ ਉਸ ਮੂਲ ਮੰਤਰ ਨੂੰ ਉਹਨਾਂ ਨੇ ਇੱਕ ਪਲੇਟਫਾਰਮ ਦੇ ਉੱਤੇ, ਇੱਕ ਕਹਿ ਲਓ ਵੀ ਟੇਬਲ ਦੇ ਉੱਤੇ ਜਾਂ ਉਸ ਕਿਸਮ ਦੀ ਕੋਈ ਚੀਜ਼ ਦੇ ਉੱਤੇ ਰੱਖ ਕੇ, ਉਹ ਜਿਹੜਾ ਕਾਗਜ਼ ਸੀ, ਉਸ ਕਾਗਜ਼ ਦੇ ਆਲੇ ਦੁਆਲੇ ਜੋ ਉਹਨਾਂ ਨੇ ਉਹ ਮੂਲ ਮੰਤਰ ਲਿਖਿਆ ਸੀ, ਉਸ ਦੇ ਆਲੇ ਦੁਆਲੇ ਉਹਨਾਂ ਨੇ 4 ਲਾਵਾਂ ਜਿਹੜੀਆਂ ਸੀਗੀਆਂ ਉਹ ਉਹਨਾਂ ਨੇ ਲਿੱਤੀਆਂ ਨੇ। ਦਿਸ ਇਜ਼ ਵਾਟ ਆਈ ਹੈਵ ਫਾਊਂਡ। ਜਿਹੜਾ ਆਨੰਦ ਕਾਰਜ ਦਾ ਕਨਸੈਪਟ ਹੈ ਉਹ ਸ਼ੁਰੂ ਹੋਇਆ ਗੁਰੂ ਅਮਰਦਾਸ ਜੀ ਤੋਂ, ਜਿਸ ਵੇਲੇ ਕਿ ਸੁਸਾਇਟੀ ਦੇ ਵਿੱਚ ਵਿਡੋ ਰੀ ਮੈਰਿਜ ਔਰ ਸਤੀ ਨੂੰ ਲੈ ਕੇ ਕਾਫੀ ਪ੍ਰੋਬਲਮ ਸੀਗੀਆਂ। ਉਸ ਵੇਲੇ ਹਿੰਦੂ ਧਰਮ ਜਿਹੜਾ ਹੈ ਉਹ ਵਿਡੋ ਰੀ ਮੈਰਿਜ ਨੂੰ ਅਲਾਉ ਨਹੀਂ ਸੀ ਕਰਦਾ, ਔਰ ਉਹ ਇਹ ਕਹਿੰਦੇ ਸੀਗੇ ਵੀ ਜੋ ਸਾਡੇ ਵੈਦਿਕ ਪਰੰਪਰਾਵਾਂ ਨੇ ਉਹਨਾਂ ਦੇ ਥਰੂ ਅਸੀਂ ਤੁਹਾਨੂੰ ਅਲਾਉ ਨਹੀਂ ਕਰਾਂਗੇ ਕਿ ਤੁਸੀਂ ਦੁਬਾਰਾ ਮੈਰਿਜ ਕਰੋ। ਸੋ ਗੁਰੂ ਅਮਰਦਾਸ ਜੀ ਮਹਾਰਾਜ ਜਿਹੜੇ ਸਨ, ਉਹਨਾਂ ਨੇ ਆਨੰਦ ਸਾਹਿਬ ਦੀ ਜਿਹੜੀ ਬਾਣੀ ਹੈ ਉਹਨਾਂ ਨੇ ਲਿਖੀ, ਔਰ ਮੈਂ ਕਿਤੇ ਇਹ ਵੀ ਪੜ੍ਹਿਆ ਸੀਗਾ ਕਿ ਕੁਝ ਉਸ ਵੇਲੇ ਮੈਰਿਜਸ ਐਸੀਆਂ ਵੀ ਹੋਈਆਂ ਜਿਹੜੀਆਂ ਕਿ ਗੁਰੂ ਸਾਹਿਬ ਨੇ ਆਨੰਦ ਸਾਹਿਬ ਪੜ੍ਹ ਕੇ ਤੇ ਉਸ ਵੇਲੇ ਉਹਨਾਂ ਨੇ ਵਿਆਹ ਜਿਹੜੇ ਸਨ ਉਹ ਕੀਤੇ। ਲੇਕਿਨ ਉਹਨਾਂ ਨੇ ਉਸ ਵੇਲੇ ਫਿਰ ਇਹ ਕਿਹਾ ਜਾਂਦਾ ਹੈ ਕਿ ਗੁਰੂ ਰਾਮਦਾਸ ਜੀ ਮਹਾਰਾਜ ਨੇ ਇਹ ਗੱਲ ਕਹੀ ਵੀ ਤੁਸੀਂ ਬਾਣੀ ਜਿਹੜੀ ਹੈ ਉਹ ਲਿਖੋ, ਔਰ ਉਹਨਾਂ ਨੇ ਫਿਰ 4 ਜਿਹੜੀਆਂ ਪੌੜੀਆਂ ਨੇ ਉਹ ਸੂਹੀ ਰਾਗ ਦੇ ਵਿੱਚ ਉਹਨਾਂ ਨੇ ਲਿਖੀਆਂ, ਜਿਨ੍ਹਾਂ ਨੂੰ ਕਿ ਅਸੀਂ ਅੱਜ ਲਾਵਾਂ ਕਹਿੰਦੇ ਹਾਂ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਾਵਾਂ ਅੱਖਰ ਜਿਹੜਾ ਉਹ ਨਹੀਂ ਆਉਂਦਾ, ਨਾ ਹੀ ਉਸ ਪਾਠ ਦੀ ਜਿਹੜੀ ਹੈਡਿੰਗ ਹੈ ਉਹ ਲਾਵਾਂ ਹੈ, ਪਰ ਅਸੀਂ ਉਹਨਾਂ ਨੂੰ ਲਾਵਾਂ ਦੇ ਤੌਰ ਤੇ ਕਹਿੰਦੇ ਹਾਂ। ਔਰ ਇਸ ਨੂੰ ਪਹਿਲੇ ਟਾਈਮ ਦੇ ਵਿੱਚ ਜਿਹੜੀਆਂ ਸਿੱਖ ਮੈਰਿਜਸ ਸੀਗੀਆਂ ਉਹ ਹਿੰਦੂ ਮੈਰਿਜ ਐਕਟ ਦੇ ਹਿਸਾਬ ਦੇ ਨਾਲ ਹੁੰਦੀਆਂ ਸੀਗੀਆਂ, ਪਰ ਇਹ ਹੈ ਵੀ 2007 ਔਨਵਰਡਸ ਸਿੱਖ ਮੈਰਿਜ ਐਕਟ ਜਿਹੜਾ ਹੈ, ਸਿੱਖ ਆਨੰਦ ਮੈਰਿਜ ਐਕਟ, ਉਹ ਪਾਕਿਸਤਾਨ ਔਰ ਇੰਡੀਆ ਦੇ ਵਿੱਚ ਉਹਨਾਂ ਨੇ ਚਲਾਇਆ ਹੈ।
ਜਿਹਦੇ ਨਾਲ ਕਿ ਹੁਣ ਮੈਰਿਜ ਜਿਹੜੀ ਹੈ ਉਹ ਆਨੰਦ ਕਾਰਜ ਦੇ ਹਿਸਾਬ ਦੇ ਨਾਲ ਹੁੰਦੀ ਹੈ। ਔਰ ਇਸ ਦੇ ਵਿੱਚ ਜਿਹੜਾ ਆਨੰਦ ਕਾਰਜ ਦੀ ਸੈਰੇਮਨੀ ਹੈ ਉਸ ਦੇ ਵਿੱਚ ਕੁਝ ਹਿਸਟੋਰੀਕਲ ਰਿਕਾਰਡਸ ਇਹ ਕਹਿੰਦੇ ਨੇ ਕਿ ਜਿਹੜੇ ਬਾਬਾ ਪ੍ਰਿਥੀ ਚੰਦ ਜੀ ਸੀਗੇ, ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵੱਡੇ ਬ੍ਰਦਰ, ਔਰ ਜਾਂ ਕਹਿ ਲਓ ਵੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਜਿਹੜੇ ਵੱਡੇ ਬੇਟੇ ਸਨ, ਉਹ ਸੀਗੇ ਜਿਨ੍ਹਾਂ ਦਾ ਕਿ ਸਭ ਤੋਂ ਪਹਿਲੀ ਵਾਰੀ ਜਿਹੜਾ ਮੈਰਿਜ ਹੈ ਉਹ ਆਨੰਦ ਕਾਰਜ ਦੇ ਰੂਪ ਦੇ ਵਿੱਚ ਹੋਈ ਸੀ ਔਰ ਉੱਥੇ ਲਾਵਾਂ ਪੜੀਆਂ ਗਈਆਂ ਸੀ। ਪਰ ਮੋਸਟ ਹਿਸਟੋਰਿਕ ਰਿਕਾਰਡਸ ਜਿਹੜੇ ਨੇ ਉਹ ਇਹ ਮੰਨਦੇ ਨੇ ਕਿ ਵੀ ਗੁਰੂ ਅਰਜਨ ਦੇਵ ਜੀ ਜਿਹੜੇ ਸਨ ਔਰ ਮਾਤਾ ਗੰਗਾ ਜੀ, ਉਹਨਾਂ ਦੀ ਮੈਰਿਜ ਜਿਹੜੀ ਹੈ ਉਹ ਆਨੰਦ ਕਾਰਜ ਦੇ ਰਸਤੇ ਹੋਈ ਸੀਗੀ, ਇਸ ਪ੍ਰੋਸੈਸ ਦੇ ਥਰੂ। ਬ੍ਰਿਟਿਸ਼ ਟਾਈਮ ਦੇ ਦੌਰਾਨ ਆਨੰਦ ਕਾਰਜ ਦੀ ਜਿਹੜਾ ਪ੍ਰੋਸੈਸ ਸੀਗਾ ਉਸ ਨੂੰ ਕਾਫੀ ਸਪੋਰਟ ਨਹੀਂ ਮਿਲੀ ਔਰ ਉਸ ਵੇਲੇ ਹੌਲੀ ਹੌਲੀ ਲੋਕਾਂ ਨੇ ਜਿਹੜੀਆਂ ਹਿੰਦੂ ਪ੍ਰੋਸੈਸਸ ਸੀਗੀਆਂ ਉਹਨਾਂ ਨੂੰ ਫੋਲੋ ਕਰਨਾ ਸ਼ੁਰੂ ਕਰ ਦਿੱਤਾ ਔਰ ਬ੍ਰਿਟਿਸ਼ ਜਿਹੜੇ ਸਨ ਉਹਨਾਂ ਨੇ ਉਸ ਚੀਜ਼ ਵੱਲ ਧਿਆਨ ਵੀ ਨਹੀਂ ਦਿੱਤਾ, ਕਿਉਂਕਿ ਉਸ ਵੇਲੇ ਆਰੀਆ ਸਮਾਜੀ ਔਰ ਜਿਹੜੇ ਹੋਰ ਰੈਵੋਲੂਸ਼ਨਰੀ ਸੀਗੇ ਉਹਨਾਂ ਦੀ ਕਾਫੀ ਜ਼ੋਰ ਸੀਗਾ, ਹਿੰਦੂ ਮੂਵਮੈਂਟਸ ਕਈ ਸੀਗੀਆਂ। 19ਵੀਂ ਸਦੀ ਦੇ ਵਿੱਚ ਬਾਬਾ ਰਾਮ ਸਿੰਘ ਜਿਸ ਵੇਲੇ ਆਏ ਨੇ ਤੇ ਉਸ ਵੇਲੇ ਨਾਮਧਾਰੀ ਮੂਵਮੈਂਟ ਜਿਹੜੀ ਹੈ ਉਹ ਸ਼ੁਰੂ ਹੋਈ ਹੈ ਔਰ ਉਸ ਵੇਲੇ ਆਨੰਦ ਕਾਰਜ ਜਿਹੜਾ ਸੀਗਾ ਉਸ ਨੇ ਦੁਬਾਰਾ ਕਾਫੀ ਉਸ ਦੀ ਰਿਸਰਜੈਂਸ ਹੋਈ ਔਰ ਇਹ ਆਨੰਦ ਕਾਰਜ ਦਾ ਜਿਹੜਾ ਪ੍ਰੋਸੈਸ ਹੈ ਉਸ ਦੀ ਕਾਫੀ ਜਿਹੜੀ ਹੈ ਕੰਟਰੀਬਿਊਸ਼ਨ ਉਸ ਦੇ ਵਿੱਚ, ਉਸ ਨੂੰ ਦੁਬਾਰਾ ਰਿਸਰਜੈਂਸ ਦੇ ਵਿੱਚ ਨਾਮਧਾਰੀ ਮੂਵਮੈਂਟ ਔਰ ਸਿੰਘ ਸਭਾ ਮੂਵਮੈਂਟ ਜਿਹੜੀ ਹੈ ਉਸ ਦੀ ਮੰਨੀ ਜਾਂਦੀ ਹੈ। ਔਰ ਆਪਾਂ ਪਹਿਲੇ ਵੀ ਜਿਸ ਤਰ੍ਹਾਂ ਜ਼ਿਕਰ ਕੀਤਾ ਵੀ ਸਿੱਖ ਫਲਸਫੇ ਦੇ ਵਿੱਚ, ਸਿੱਖ ਧਰਮ ਦੇ ਵਿੱਚ 4 ਸੰਸਕਾਰ ਮੰਨੇ ਜਾਂਦੇ ਨੇ। ਜਿਸ ਵੇਲੇ ਬੱਚੇ ਦਾ ਜਨਮ ਹੁੰਦਾ ਤੇ ਨਾਮ ਸੰਸਕਾਰ, ਉਸ ਤੋਂ ਬਾਅਦ ਜਿਸ ਵੇਲੇ ਵੱਡਾ ਹੁੰਦਾ ਤੇ ਅੰਮ੍ਰਿਤ ਸੰਸਕਾਰ, ਫਿਰ ਆਨੰਦ ਸੰਸਕਾਰ ਜਾਂ ਆਨੰਦ ਕਾਰਜ, ਔਰ ਜਿਹੜੇ ਲਾਸਟ ਰਾਈਟਸ ਨੇ ਅੰਤਿਮ ਸੰਸਕਾਰ। ਸੋ ਇਹ ਕੁਝ ਬੇਸਿਕ ਕਨਸੈਪਟਸ ਨੇ ਕਿ ਵੀ ਜਿਹੜੀ ਆਨੰਦ ਕਾਰਜ ਦੀ ਸੈਰੇਮਨੀ ਹੈ ਇਹ ਇੱਕ ਮੈਰਿਜ ਹੈ, ਇੱਕ ਰਿਲੇਸ਼ਨਸ਼ਿਪ ਹੈ, ਇਟਸ ਅ ਪਾਰਟਨਰਸ਼ਿਪ ਆਫ ਇਕੁਅਲਸ। ਸੋ ਉਸ ਦੇ ਵਿੱਚ ਜਿਹੜਾ ਮੇਲ ਹੈ, ਲੜਕਾ ਹੈ, ਉਹ ਲੜਕੀ ਨਾਲੋਂ ਵੱਡਾ ਨਹੀਂ ਹੈ ਜਾਂ ਲੜਕੀ ਜਿਹੜੀ ਉਹ ਛੋਟੀ ਨਹੀਂ ਹੈ ਜਾਂ ਵੱਡੀ ਨਹੀਂ ਹੈ, ਦੇ ਆਰ ਇਕੁਅਲਸ। ਦੋਨੋਂ ਪਾਰਟਨਰ ਜਿਹੜੇ ਨੇ ਉਹ ਸਿੱਖ ਹੋਣਾ ਜ਼ਰੂਰੀ ਨੇ। ਸੋ ਰਹਿਤ ਮਰਿਆਦਾ ਜਿਹੜੀ ਹੈ ਉਹ ਇਹ ਕਹਿੰਦੀ ਹੈ ਕਿ ਸਿੱਖ ਲੜਕੀ ਜਿਹੜੀ ਹੈ ਉਸ ਦੀ ਮੈਰਿਜ ਸਿਰਫ ਇੱਕ ਸਿੱਖ ਲੜਕੇ ਦੇ ਨਾਲ ਹੋ ਸਕਦੀ ਹੈ ਔਰ ਜੋ ਵੀ ਮੈਰਿਜ ਹੁੰਦੀ ਹੈ ਉਸ ਦੇ ਵਿੱਚ ਲੜਕੇ ਜਾਂ ਲੜਕੀ ਦੀ ਜਿਹੜੀ ਕਾਸਟ ਹੈ ਜਾਂ ਉਸ ਦੀ ਜਿਹੜੀ ਗੋਤ ਹੈ ਜਾਂ ਉਸ ਦਾ ਜਿਹੜਾ ਸੋਸ਼ਲ ਸਟੇਟਸ ਹੈ ਉਸ ਨੂੰ ਕੋਈ ਧਿਆਨ ਨਹੀਂ ਦਿੱਤਾ ਜਾਏਗਾ ਔਰ ਮੈਰਿਜ ਜਿਹੜੀ ਹੈ ਉਹੀ ਮੰਨੀ ਜਾਂਦੀ ਹੈ ਐਜ਼ ਪ੍ਰੋਪਰ, ਜਿਹੜੀ ਕਿ ਆਨੰਦ ਕਾਰਜ ਜਾਂ ਆਨੰਦ ਸੰਸਕਾਰ ਦੇ ਹਿਸਾਬ ਦੇ ਨਾਲ ਹੁੰਦੀ ਹੈ। ਸਿੱਖ ਧਰਮ ਦੇ ਵਿੱਚ ਚਾਈਲਡ ਮੈਰਿਜ ਦੀ ਕੋਈ ਜਗ੍ਹਾ ਨਹੀਂ ਹੈ ਔਰ ਲੜਕੀ ਜਿਹੜੀ ਹੈ ਉਸ ਦੀ ਮੈਰਿਜੇਬਲ ਏਜ ਔਰ ਫਿਜ਼ੀਕਲ ਔਰ ਮੈਂਟਲ ਔਰ ਇਮੋਸ਼ਨਲ ਮੈਚੁਰਿਟੀ ਹੋਣੀ ਜ਼ਰੂਰੀ ਹੈ। ਡਾਊਰੀ ਦੀ ਕੋਈ ਜਗ੍ਹਾ ਨਹੀਂ ਹੈ ਔਰ ਕੋਈ ਕਿਸੇ ਕਿਸਮ ਦੀ ਸੁਪਰਸਟੀਸ਼ਨ ਦੀ ਜਗ੍ਹਾ ਨਹੀਂ ਹੈ ਕਿ ਵੀ ਜਿੱਥੇ ਕੋਈ ਸ਼ੁਭ ਦਿਨ ਜਿਹੜਾ ਹੈ ਉਹ ਦੇਖਿਆ ਜਾਵੇ। ਔਰ ਮੈਰਿਜ ਸੈਰੇਮਨੀ ਜਿਹੜੀ ਹੈ ਉਹ ਸਿਰਫ ਔਰ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਹੋ ਸਕਦੀ ਹੈ। ਨਾਲ ਹੀ ਮੈਂ ਇਹ ਵੀ ਦੇਖਿਆ ਕਿ ਰਹਿਤ ਮਰਿਆਦਾ ਜਿਹੜੀ ਹੈ ਉਹ ਇਹ ਕਹਿੰਦੀ ਹੈ ਕਿ ਅੰਗੇਜਮੈਂਟ ਸੈਰੇਮਨੀ ਜਿਹੜੀ ਹੈ ਜਾਂ ਮਿਲਣੀ ਜਿਹੜੀ ਹੈ ਉਸ ਦੀ ਕੋਈ ਜ਼ਰੂਰਤ ਨਹੀਂ ਹੈ, ਪਰ ਅਗਰ ਕੋਈ ਮਿਲਣੀ ਕਰਨਾ ਚਾਹੁੰਦਾ ਹੈ ਤੇ ਉਸ ਦੀ ਮਨਾਹੀ ਵੀ ਨਹੀਂ ਹੈ। ਉਸ ਦੇ ਵਿੱਚ ਸਾਫ਼-ਸਾਫ਼ ਰਹਿਤ ਮਰਿਆਦਾ ਇਹ ਕਹਿੰਦੀ ਹੈ ਕਿ ਜੇ ਮਿਲਣੀ ਕਰਨੀ ਹੈ ਤੇ ਉਸ ਦੇ ਵਿੱਚ ਅਰਦਾਸ ਕਰਕੇ ਲੜਕਾ ਜਿਹੜਾ ਹੈ ਉਸ ਨੂੰ ਲੜਕੀ ਦੀ ਫੈਮਿਲੀ ਜਿਹੜੀ ਹੈ ਉਹ ਇੱਕ ਸਿਰੀ ਸਾਹਿਬ ਜਾਂ ਕਿਰਪਾਨ ਦੇ ਦੇਵੇ, ਇੱਕ ਕੜਾ ਦੇ ਦੇਵੇ ਔਰ ਕੁਝ ਮਠਿਆਈ ਵੰਡ ਕੇ ਤੇ ਅਰਦਾਸ ਕਰਕੇ ਤੇ ਪ੍ਰਸ਼ਾਦ ਜਿਹੜਾ ਹੈ ਉਹ ਵੰਡ ਦਿੱਤਾ ਜਾਵੇ। ਔਰ ਬਾਕੀ ਆਪਰੇਸ਼ਨਲ ਉਸ ਦੇ ਕੁਝ ਐਸਪੈਕਟਸ ਨੇ ਕਿ ਵੀ ਜਿਹੜੀ ਮੈਰਿਜ ਪਾਰਟੀ ਹੈ ਉਸ ਨੂੰ ਛੋਟਾ ਰੱਖਣਾ ਚਾਹੀਦਾ ਔਰ ਜਿਹੜਾ ਖਰਚਾ ਹੈ ਮੈਰਿਜ ਦਾ ਉਸ ਨੂੰ ਸ਼ੇਅਰ ਕਰਨਾ ਚਾਹੀਦਾ ਹੈ। ਸੰਗਤੀ ਰੂਪ ਦੇ ਵਿੱਚ ਵਿਆਹ ਹੋਣਾ ਚਾਹੀਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ, ਪਰ ਉਸ ਦੇ ਵਿੱਚ ਰਹਿਤ ਮਰਿਆਦਾ ਔਰ ਕਈ ਸਕਾਲਰ ਜਿਹੜੇ ਨੇ ਉਹ ਇਹ ਕਹਿੰਦੇ ਨੇ ਕਿ ਸੰਗਤ ਜਿਹੜੀ ਹੈ ਉਸ ਦਾ ਮਤਲਬ ਇਹ ਹੈ ਕਿ ਜਿੱਥੇ ਕੋਈ ਵੀ ਦੋ ਸਿੱਖ ਆਪ ਜੁੜੇ ਹੋਏ ਨੇ। ਸੋ ਉਸ ਦੇ ਵਿੱਚ ਕੋਈ ਬਹੁਤ ਵੱਡਾ ਇਕੱਠ ਹੋਣ ਦੀ ਜ਼ਰੂਰਤ ਨਹੀਂ ਹੈ ਔਰ ਜਿੱਥੇ ਮੈਰਿਜ ਹੋ ਰਹੀ ਹੈ ਉੱਥੇ ਕੀਰਤਨ ਹੋਣਾ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ ਔਰ ਕੀਰਤਨ ਜਿਹੜਾ ਹੈ ਉਹ ਰਾਗੀ ਸਿੰਘ ਮੋਸਟਲੀ ਕਰਦੇ ਨੇ, ਲੇਕਿਨ ਕੀਰਤਨ ਜਿਹੜਾ ਹੈ ਉਹ ਸੰਗਤੀ ਰੂਪ ਦੇ ਵਿੱਚ ਸੰਗਤ ਵੀ ਕਰ ਸਕਦੀ ਹੈ ਔਰ ਈਵਨ ਅਗਰ ਮਤਲਬ ਉੱਥੇ ਕਿਸੇ ਨੂੰ ਅਗਰ ਨਹੀਂ ਕੀਰਤਨ ਆਉਂਦਾ ਔਰ ਜਿਹੜੇ ਬ੍ਰਾਈਡ ਤੇ ਬ੍ਰਾਈਡਗਰੂਮ ਨੇ ਉਹ ਕੀਰਤਨ ਕਰਨਾ ਚਾਹੁੰਦੇ ਨੇ, ਆਉਂਦਾ ਹੈ ਜਾਂ ਨਹੀਂ ਆਉਂਦਾ, ਪਰ ਉਹ ਅਗਰ ਖੁਦ ਕਰਨਾ ਚਾਹੁੰਦੇ ਨੇ ਤੇ ਮਰਿਆਦਾ ਉਹਨਾਂ ਨੂੰ ਵੀ ਅਲਾਉ ਕਰਦੀ ਹੈ ਕਿ ਜਿਨ੍ਹਾਂ ਦੀ ਮੈਰਿਜ ਹੋ ਰਹੀ ਹੈ ਉਹ ਵੀ ਕੀਰਤਨ ਕਰ ਸਕਦੇ ਨੇ।
ਔਰ ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਕਿ ਲੜਕਾ ਔਰ ਲੜਕੀ ਜਿਹੜੇ ਨੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਫੇਸ ਕਰਕੇ ਤੇ ਉਹਨਾਂ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਬੈਠਦੇ ਨੇ। ਲੜਕੀ ਜਿਹੜੀ ਹੈ ਉਹ ਟ੍ਰੈਡੀਸ਼ਨ ਇਹ ਹੈ ਜੋ ਰਹਿਤ ਮਰਿਆਦਾ 'ਚ ਲਿਖੀ ਹੈ ਕਿ ਉਹ ਲੜਕੇ ਦੇ ਖੱਬੇ ਪਾਸੇ ਉਹ ਬੈਠਦੀ ਹੈ, ਠੀਕ ਹੈ। ਔਰ ਮੈਰਿਜ ਜਿਹੜੀ ਹੈ ਇੱਕ ਇੰਪੋਰਟੈਂਟ ਚੀਜ਼ ਹੈ ਕਿ ਮੈਰਿਜ ਜਿਹੜੀ ਹੈ ਉਹ ਸਿਰਫ ਔਰ ਸਿਰਫ ਇੱਕ ਅੰਮ੍ਰਿਤਧਾਰੀ ਸਿੱਖ ਕਰ ਸਕਦਾ ਹੈ। ਉਸ ਦਾ ਜਿਹੜਾ ਤੁਸੀਂ ਕਹਿ ਲਓ ਵੀ ਕੰਡਕਟਰ ਜਾਂ ਮਾਸਟਰ ਆਫ ਸੈਰੇਮਨੀਜ਼ ਹੈ ਉਹ ਸਿਰਫ ਇੱਕ ਅੰਮ੍ਰਿਤਧਾਰੀ ਸਿੱਖ ਹੋ ਸਕਦਾ ਹੈ। ਪਰ ਉਸ ਸੈਰੇਮਨੀ ਨੂੰ ਕੋਈ ਅੰਮ੍ਰਿਤਧਾਰੀ ਗੁਰਸਿੱਖ ਮੇਲ ਵੀ ਕਰ ਸਕਦਾ ਹੈ, ਕੋਈ ਲੇਡੀ ਵੀ ਕਰ ਸਕਦੀ ਹੈ। ਸੋ ਇਸ ਗੱਲ ਦੀ ਕੋਈ ਮਨਾਹੀ ਨਹੀਂ ਹੈ, ਪੂਰੀ ਪਰਮਿਸ਼ਨ ਹੈ ਕਿ ਉਸ ਪ੍ਰੋਸੈਸ ਨੂੰ ਕੋਈ ਲੇਡੀ ਵੀ ਕਰ ਸਕਦੀ ਹੈ। ਔਰ ਸਟਾਰਟ ਦੇ ਉੱਤੇ ਅਰਦਾਸ ਕਰਕੇ ਉਸ ਪ੍ਰੋਸੈਸ ਨੂੰ ਸ਼ੁਰੂ ਕੀਤਾ ਜਾਂਦਾ ਹੈ ਗੁਰੂ ਸਾਹਿਬ ਦੀ ਔਰ ਸੰਗਤ ਦੀ ਪਰਮਿਸ਼ਨ ਲੈ ਕੇ। ਉਸ ਤੋਂ ਬਾਅਦ ਫਿਰ ਇਹ ਹੈ ਕਿ ਵੀ ਆਪਾਂ ਜਿਸ ਤਰ੍ਹਾਂ ਜਾਣਦੇ ਹਾਂ ਕਿ ਗੁਰੂ ਸਾਹਿਬ ਦੇ ਸਾਹਮਣੇ ਲੜਕਾ ਔਰ ਲੜਕੀ ਜਿਹੜੇ ਨੇ ਉਹ ਮੱਥਾ ਟੇਕ ਕੇ ਜੋ ਇਨਸਟਰਕਸ਼ਨਸ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਐਕਸੈਪਟ ਕਰਦੇ ਨੇ। ਲੜਕੀ ਦਾ ਜਿਹੜਾ ਫਾਦਰ ਹੈ ਉਹ ਪੱਲਾ ਜਿਹੜਾ ਹੈ ਉਹ ਲੜਕੇ ਔਰ ਲੜਕੀ ਨੂੰ ਪਕੜਾਉਂਦਾ ਹੈ ਔਰ ਉਸ ਤੋਂ ਬਾਅਦ ਲੜਕਾ ਔਰ ਲੜਕੀ ਜਿਹੜੇ ਨੇ ਉਹ ਗੁਰੂ ਸਾਹਿਬ ਦੇ ਆਲੇ ਦੁਆਲੇ ਚੱਕਰ ਲਗਾਉਂਦੇ ਨੇ, ਆਪਣਾ ਸਰਕਮਬੁਲੇਟ ਕਰਦੇ ਨੇ। ਔਰ ਉਸ ਵੇਲੇ ਲਾਵਾਂ ਦਾ ਜਿਹੜਾ ਪਾਠ ਹੈ ਸੂਹੀ ਰਾਗ ਦੇ ਵਿੱਚ ਉਹ ਰਾਗੀ ਸਿੰਘ ਔਰ ਜਿਹੜੇ ਗ੍ਰੰਥੀ ਸਿੰਘ ਨੇ ਉਹ ਕਰਦੇ ਨੇ। ਪਹਿਲੇ ਗ੍ਰੰਥੀ ਸਿੰਘ ਜਿਹੜੇ ਨੇ ਉਹ ਲਾਂ ਪੜ੍ਹਦੇ ਨੇ, ਉਸ ਵੇਲੇ ਲੜਕਾ ਤੇ ਲੜਕੀ ਬੈਠ ਕੇ ਉਸ ਲਾਂ ਨੂੰ ਸੁਣਦੇ ਨੇ। ਫਿਰ ਉਹ ਗੁਰੂ ਸਾਹਿਬ ਦੇ ਆਲੇ ਦੁਆਲੇ ਇੱਕ ਫੇਰਾ ਲਗਾਉਂਦੇ ਨੇ ਔਰ ਜਿਸ ਵੇਲੇ ਉਹ ਫੇਰਾ ਲਗਾਉਂਦੇ ਨੇ ਉਸ ਵੇਲੇ ਰਾਗੀ ਸਿੰਘ ਜਿਹੜੇ ਨੇ ਉਸ ਲਾਂ ਦਾ ਕੀਰਤਨ ਕਰਦੇ ਨੇ। ਰਾਗੀ ਸਿੰਘ ਜਾਂ ਸੰਗਤੀ ਰੂਪ ਦੇ ਵਿੱਚ ਸਾਰੀ ਸੰਗਤ ਜਿਹੜੀ ਹੈ ਉਸ ਦਾ ਕੀਰਤਨ ਕਰਦੇ ਨੇ ਔਰ ਫਿਰ ਉਹ ਆ ਕੇ ਬੈਠ ਕੇ ਮੱਥਾ ਟੇਕ ਕੇ ਤੇ ਅਗਲੀ ਲਾਂ ਦਾ ਜਿਹੜਾ ਪਾਠ ਹੈ ਉਸ ਦੀ ਵੇਟ ਕਰਦੇ ਨੇ। ਗ੍ਰੰਥੀ ਸਿੰਘ ਉਹਨੂੰ ਪੜ੍ਹਦੇ ਨੇ, ਫਿਰ ਉਹੀ ਪ੍ਰੋਸੈਸ ਜਿਹੜੀ ਹੈ ਉਹ ਸ਼ੁਰੂ ਕੀਤੀ ਜਾਂਦੀ ਹੈ। ਹੁਣ ਇਸ ਦੇ ਵਿੱਚ ਇੱਕ ਗੱਲ ਬਾਰ-ਬਾਰ ਉੱਠਦੀ ਹੈ ਕਿ ਵੀ ਉਹ ਦੋਨੋਂ ਇੱਕ ਦੂਸਰੇ ਦੇ ਬਰਾਬਰ ਕਿਉਂ ਨਹੀਂ ਚੱਲਦੇ। ਲੜਕਾ ਅੱਗੇ ਚੱਲ ਰਿਹਾ, ਲੜਕੀ ਅੱਗੇ ਪਿੱਛੇ ਚੱਲ ਰਹੀ ਹੈ, ਉਹ ਇੱਕ ਦੂਸਰੇ ਦੇ ਬਰਾਬਰ ਕਿਉਂ ਨਹੀਂ ਚੱਲ ਰਹੇ? ਵੀ ਕੀ ਇਹ ਬਰਾਬਰੀ ਦੀ ਕੋਈ ਪ੍ਰੋਬਲਮ ਤਾਂ ਨਹੀਂ ਸ਼ੋ ਕਰ ਰਿਹਾ? ਉਸ ਦੇ ਵਿੱਚ ਇਹ ਹੈ ਕਿ ਜੋ ਮੈਨੂੰ ਥੋੜਾ ਜਿਹਾ ਸੋ ਇਹ ਪੁਆਇੰਟ ਅਗਰ ਸਾਰੇ ਨੋਟ ਕਰ ਸਕਣ, ਆਪਾਂ ਇਸ ਦੇ ਉੱਤੇ ਜ਼ਰੂਰ ਵਿਚਾਰ ਕਰੀਏ। ਜੋ ਮੈਨੂੰ ਇਸ ਦੇ ਉੱਤੇ ਥੋੜੀ ਬਹੁਤੀ ਜਾਣਕਾਰੀ ਜਿਹੜੀ ਹੈ ਉਹ ਮਿਲੀ ਕਿ ਵੀ ਜਿਹੜਾ ਫੇਰਾ ਲਗਾਇਆ ਜਾ ਰਿਹਾ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਆਲੇ ਦੁਆਲੇ ਲਗਾਇਆ ਜਾ ਰਿਹਾ ਹੈ। ਸੋ ਗੁਰੂ ਗ੍ਰੰਥ ਸਾਹਿਬ ਤੋਂ ਲੜਕੇ ਦਾ ਔਰ ਲੜਕੀ ਦਾ ਜਿਹੜਾ ਡਿਸਟੈਂਸ ਹੈ ਉਹ ਸੇਮ ਹੋਣਾ ਚਾਹੀਦਾ ਹੈ। ਜੇ ਉਹ ਪੈਰਲਲ ਹੋਣਗੇ ਤੇ ਜਿਹੜਾ ਬੰਦਾ ਬਾਹਰਲੇ ਪਾਸੇ ਹੈ ਉਹ ਗੁਰੂ ਸਾਹਿਬ ਤੋਂ ਦੂਰ ਹੋ ਜਾਏਗਾ। ਸੋ ਉੱਥੇ ਇੱਕ ਇਨਇਕੁਆਲਿਟੀ ਆ ਜਾਂਦੀ ਹੈ, ਇੱਕ ਬੜੀ ਮਾਈਨਰ ਚੀਜ਼ ਹੈ ਪਰ ਜਿਹੜੀ ਇੱਕ ਇਨਇਕੁਆਲਿਟੀ ਇੰਟਰੋਡਿਊਸ ਕਰਦੀ ਹੈ। ਹੁਣ ਉਸ ਦੇ ਵਿੱਚ ਇਹ ਆ ਜਾਂਦਾ ਹੈ ਕਿ ਵੀ ਜੇ ਆਪਾਂ ਇਕੁਆਲਿਟੀ ਰੱਖਣ ਵਾਸਤੇ ਅੱਗੇ ਪਿੱਛੇ ਚੱਲ ਰਹੇ ਹਾਂ, ਠੀਕ ਹੈ, ਵੀ ਸਾਡਾ ਗੁਰੂ ਸਾਹਿਬ ਤੋਂ ਡਿਸਟੈਂਸ ਜਿਹੜਾ ਹੈ ਚੇਂਜ ਨਾ ਹੋਵੇ ਤੇ ਫਿਰ ਲੜਕਾ ਅੱਗੇ ਕਿਉਂ ਹੈ, ਲੜਕੀ ਅੱਗੇ ਕਿਉਂ ਨਹੀਂ ਹੋ ਸਕਦੀ? ਡਿਸਟੈਂਸ ਤੇ ਫਿਰ ਵੀ ਸੇਮ ਰਹੇਗਾ, ਰਾਈਟ? ਸੋ ਇਹ ਕੁਝ ਐਸੀਆਂ ਗੱਲਾਂ ਨੇ ਵੀ ਜਿਨ੍ਹਾਂ ਤੇ ਆਪਾਂ ਜ਼ਰੂਰ ਵਿਚਾਰ ਸਾਨੂੰ ਕਰਨਾ ਚਾਹੀਦਾ ਹੈ। ਔਰ ਉਸ ਤੋਂ ਬਾਅਦ ਸਮਾਪਤੀ ਤੋਂ ਬਾਅਦ ਫਿਰ ਇਹ ਹੈ ਕਿ 6 ਪੌੜੀਆਂ ਆਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਹੁੰਦੀ ਹੈ ਔਰ ਅਰਦਾਸ ਕਰਨ ਤੋਂ ਬਾਅਦ ਕੜਾਹ ਪ੍ਰਸ਼ਾਦ ਦੀ ਦੇਗ ਜਿਹੜੀ ਹੈ ਉਹ ਵਰਤਾਈ ਜਾਂਦੀ ਹੈ। ਹੁਣ ਇਸ ਦੇ ਵਿੱਚ ਕੁਝ ਚੀਜ਼ਾਂ ਐਸੀਆਂ ਨੇ ਕਿ ਜਿਹੜੀਆਂ ਅਲਾਉਡ ਨਹੀਂ ਹਨ, ਮਨਾ ਹਨ, ਔਰ ਇਸ ਦੇ ਵਿੱਚ ਕੁਝ ਐਸੀਆਂ ਚੀਜ਼ਾਂ ਵੀ ਨੇ ਜਿਹੜੀਆਂ ਮੈਂ ਇੱਥੇ ਜ਼ਿਕਰ ਨਹੀਂ ਕੀਤਾ ਕਿਉਂਕਿ ਇਹ ਮੈਂ ਸਿਰਫ ਰੱਖਿਆ ਹੈ ਬੇਸਡ ਔਨ ਜੋ ਮਰਿਆਦਾ ਕਹਿੰਦੀ ਹੈ ਸਿੱਖ ਰਹਿਤ ਮਰਿਆਦਾ। ਜੋ ਹੋ ਰਿਹਾ ਹੈ ਆਪਾਂ ਉਹ ਡਿਸਕਸ ਕਰਾਂਗੇ ਕਿ ਜੋ ਹੋ ਰਿਹਾ ਹੈ ਉਸ ਦੇ ਵਿੱਚ ਕੀ ਚੀਜ਼ਾਂ ਅਲਾਉਡ ਨੇ, ਕੀ ਨਹੀਂ ਅਲਾਉਡ। ਇੱਕ ਤਾਂ ਉਸ ਦੇ ਵਿੱਚ ਇਹ ਹੈ ਕਿ ਮੈਰਿਜ ਸੈਰੇਮਨੀ ਹੋਣ ਵੇਲੇ ਲੜਕਾ ਔਰ ਲੜਕੀ ਦੀ ਜਿਹੜੀ ਏਜ ਹੈ, ਸਪੈਸ਼ਲੀ ਲੜਕੀ ਦੀ ਜਿਹੜੀ ਏਜ ਹੈ ਜਾਂ ਮੈਂਟਲ ਮੈਚੁਰਿਟੀ ਹੈ ਜਾਂ ਉਸਦੀ ਇਮੋਸ਼ਨਲ ਮੈਚੁਰਿਟੀ ਹੈ, ਉਹ ਇੱਕ ਏਜ ਸਪੈਸੀਫਿਕ ਦੇ ਉੱਤੇ ਹੋਣੀ ਬਹੁਤ ਜ਼ਰੂਰੀ ਹੈ ਜਿੱਥੇ ਕਿ ਉਹ ਇਸ ਗੱਲ ਨੂੰ ਸਮਝਣ ਦੋਵੇਂ ਜਣੇ ਕਿ ਵੀ ਉਹਨਾਂ ਨੂੰ ਕਿਸ ਪ੍ਰੋਸੈਸ ਦੇ ਵਿੱਚ ਬੰਨਿਆ ਜਾ ਰਿਹਾ ਹੈ। ਔਰ ਇਸ ਕਰਕੇ ਰਹਿਤ ਮਰਿਆਦਾ ਇਹ ਕਹਿੰਦੀ ਹੈ ਕਿ ਮੈਰਿਜ ਦੀ ਟਾਈਮ ਤੇ ਜਿਹੜੇ ਗ੍ਰੰਥੀ ਸਿੰਘ ਨੇ ਉਹਨਾਂ ਦੀ ਡਿਊਟੀ ਬਣਦੀ ਹੈ ਕਿ ਉਹ ਖਾਸ ਤੌਰ ਤੇ ਲੜਕੀ ਨੂੰ ਇਸ ਬਾਰੇ ਜ਼ਰੂਰ ਦੱਸਣ ਕਿ ਵੀ ਬੇਟਾ ਤੇਰੀ ਮੈਰਿਜ ਅੱਜ ਹੋ ਰਹੀ ਹੈ and this is what the process is that you'll be following, are you in acceptance of that? ਠੀਕ ਹੈ, ਕਿਉਂਕਿ ਇਹ ਇਸਲਾਮ ਵਾਂਗ ਇੱਕ ਕੰਟਰੈਕਟ ਨਹੀਂ ਹੈ।
ਇਸਲਾਮ ਦੇ ਵਿੱਚ ਮੈਰਿਜ ਜਿਹੜੀ ਹੈ ਉਹ ਇੱਕ ਸਪਿਰਿਚੁਅਲ ਮੈਰਿਜ ਨਹੀਂ ਹੈ, ਇੱਕ ਸਪਿਰਿਚੁਅਲ ਕਨੈਕਸ਼ਨ ਨਹੀਂ ਹੈ, ਉਹ ਇੱਕ ਕੰਟਰੈਕਟ ਹੈ। that contract can be broken, but in Sikh faith it's a spiritual connection, and it's a spiritual connection with Vaheguru। and ਇਸ ਨੂੰ ਤੋਂ ਬਾਅਦ ਚ ਵੀ ਡਿਸਕਸ ਕਰਾਂਗੇ, ਬਿਕੋਜ਼ ਇੱਕ ਬੜੀ ਇੰਪੋਰਟੈਂਟ ਚੀਜ਼ ਹੈ ਡਿਵੋਰਸ ਦੀ। ਸੋ ਇਸ ਕਰਕੇ ਰਹਿਤ ਮਰਿਆਦਾ ਇਸ ਗੱਲ ਤੇ ਬਹੁਤ ਜ਼ੋਰ ਦਿੰਦੀ ਹੈ ਕਿ ਵੀ ਜਿਹੜੀ ਲੜਕੀ ਹੈ, ਖਾਸ ਤੌਰ ਤੇ ਲੜਕੀ, ਪਰ ਦੋਵਾਂ ਲੜਕਾ ਔਰ ਲੜਕੀ ਨੂੰ ਇਹ ਗੱਲ ਸਮਝਾਣੀ ਦੱਸਣਾ ਬਹੁਤ ਜ਼ਰੂਰੀ ਹੈ ਕਿ ਇਹ ਮੈਰਿਜ ਸੈਰੇਮਨੀ ਹੈ ਕੀ, ਔਰ ਉਹਨਾਂ ਦੀ ਐਕਸੈਪਟੈਂਸ ਹੋਣੀ ਚਾਹੀਦੀ ਹੈ। ਔਰ ਉਹਨਾਂ ਨੂੰ ਇਹ ਦੱਸਣਾ ਜ਼ਰੂਰੀ ਹੈ ਕਿ this is a lifelong commitment that they are getting into, not only to each other but also to Vaheguru। ਸੋ ਇਹ ਚੀਜ਼ ਜਾਣਨੀ ਉਹਨਾਂ ਵਾਸਤੇ, ਉਹਨਾਂ ਨੂੰ ਸਮਝਾਣੀ ਬਹੁਤ ਜ਼ਰੂਰੀ ਹੈ। ਬਾਕੀ ਕੁਝ ਐਸੀਆਂ ਚੀਜ਼ਾਂ ਨੇ ਵੀ ਜਿਹੜੀਆਂ ਕੰਪਲੀਟਲੀ ਬੈਂਡ ਨੇ ਜਾਂ ਮਨਾ ਨੇ ਜਾਂ ਡਿਸਕਰੇਜ ਨੇ, ਜਿਸ ਤਰ੍ਹਾਂ ਮਰਜ਼ੀ ਤੁਸੀਂ ਉਹਨਾਂ ਨੂੰ ਕਹਿ ਲਓ। ਉਹ ਹੈ ਕਿ ਇੱਕ ਹਿੰਦੂ ਕਨਸੈਪਟ ਹੈ ਕਿ ਜੀ ਅਸੀਂ ਬੇਟੀ ਦੇ ਘਰ ਖਾਣਾ ਨਹੀਂ ਖਾਣਾ। ਸੋ ਸਿੱਖ ਧਰਮ ਦੇ ਵਿੱਚ, ਸਿੱਖ ਰਹਿਤ ਮਰਿਆਦਾ ਦੇ ਵਿੱਚ ਉਸ ਦੀ ਕੋਈ ਜਗ੍ਹਾ ਨਹੀਂ ਹੈ। ਸਪੈਸੀਫਿਕਲੀ ਉੱਥੇ ਲਿਖਿਆ ਗਿਆ ਹੈ ਕਿ ਵੀ ਇਹ ਇੱਕ ਸੁਪਰਸਟੀਸ਼ਨ ਹੈ। ਲੜਕਾ ਔਰ ਲੜਕੀ ਜਿਹੜੇ ਨੇ, ਉਹਨਾਂ ਦੀ ਫੈਮਲੀਜ਼ ਜਿਹੜੀਆਂ ਨੇ, ਉਹਨਾਂ ਦਾ ਇੱਕ ਦੂਸਰੇ ਦੇ ਨਾਲ ਇਕੱਠੇ ਹੋਣਾ, ਇੱਕ ਦੂਸਰੇ ਦੇ ਘਰ ਆਣਾ ਜਾਣਾ ਜਾਂ ਪ੍ਰਸ਼ਾਦਾ ਛਕਣਾ, ਇਸ ਗੱਲ ਦੇ ਉੱਤੇ ਬਿਲਕੁਲ ਕੋਈ ਮਨਾਹੀ ਨਹੀਂ ਹੈ। ਇਨਫੈਕਟ ਇਸ ਨੂੰ ਐਨਕਰੇਜ ਕੀਤਾ ਜਾਂਦਾ ਹੈ ਤਾਂ ਕਿ ਦੋਨਾਂ ਪਰਿਵਾਰਾਂ ਦੇ ਵਿੱਚ ਇੱਕ ਕਮਰੈਡਰੀ ਜਿਹੜੀ ਹੈ, ਉਹਨਾਂ ਦੇ ਵਿੱਚ ਇੱਕ ਭਾਈਚਾਰਾ ਜਿਹੜਾ ਹੈ ਉਹ ਵਧੇ। ਸੋ ਉਸ ਦੇ ਵਿੱਚ ਨਾਲ ਹੀ ਇਹ ਗੱਲ ਆ ਜਾਂਦੀ ਹੈ ਕਿ ਵੀ ਜੇ ਇੱਕ ਲੇਡੀ ਦੇ ਹਸਬੈਂਡ ਦੀ ਡੈਥ ਹੋ ਜਾਂਦੀ ਹੈ ਜਾਂ ਇੱਕ ਲੜਕੇ ਦੀ ਵਾਈਫ ਦੀ ਡੈਥ ਹੋ ਜਾਂਦੀ ਹੈ, ਤੇ ਸਿੱਖ ਰਹਿਤ ਮਰਿਆਦਾ ਦੇ ਵਿੱਚ ਰੀਮੈਰਿਜ ਬਿਲਕੁਲ ਅਲਾਉਡ ਹੈ। ਇਨਫੈਕਟ ਆਪਾਂ ਜਿਸ ਤਰ੍ਹਾਂ ਹੁਣੇ ਹਿਸਟਰੀ ਪੜ੍ਹ ਕੇ ਦੇਖੀ ਹੈ, ਹਿਸਟਰੀ ਇਸੇ ਲਈ ਜ਼ਰੂਰੀ ਹੈ ਕਿ ਇੱਕ ਸਾਰੀ ਜਿਹੜੀ ਪ੍ਰਥਾ ਹੈ, ਜੋ ਮੈਂ ਸਮਝ ਪਾਇਆ, ਉਹ ਸ਼ੁਰੂ ਹੀ ਇਸ ਕਰਕੇ ਹੋਈ ਕਿ ਉਸ ਵੇਲੇ ਸੁਸਾਇਟੀ ਉਹਨਾਂ ਕੁਝ ਚੀਜ਼ਾਂ ਨੂੰ ਅਲਾਉ ਨਹੀਂ ਸੀ ਕਰਦੀ। ਸੋ ਇਸ ਦੇ ਵਿੱਚ ਰੀਮੈਰਿਜ ਜਿਹੜੀ ਹੈ 100% ਅਲਾਉਡ ਹੈ। ਅਗਰ one of the spouses ਜਿਹੜੇ ਨੇ they pass away, the process has to be same। ਦੁਬਾਰਾ ਜਿਸ ਵੇਲੇ ਮੈਰਿਜ ਹੋਏਗੀ ਤੇ ਉਦੋਂ ਵੀ ਜਿਹੜੀ ਰੀਮੈਰਿਜ ਹੈ ਉਹ ਦੁਬਾਰਾ ਉਸੇ ਤਰੀਕੇ ਦੇ ਨਾਲ ਆਨੰਦ ਕਾਰਜ ਸੈਰੇਮਨੀ ਦੇ ਥਰੂ ਹੋਏਗੀ। ਸਿੱਖ ਫਲਸਫੇ ਦੇ ਵਿੱਚ, ਸਿੱਖ ਧਰਮ ਦੇ ਵਿੱਚ, ਸਿੱਖ ਰਹਿਤ ਮਰਿਆਦਾ ਦੇ ਵਿੱਚ ਕੋਈ ਜਗ੍ਹਾ ਨਹੀਂ ਹੈ ਸੈਕੰਡ ਮੈਰਿਜ ਦੀ, ਸਪੈਸ਼ਲੀ ਜੇ ਅਜੇ ਫਰਸਟ ਵਾਈਫ ਜਿਹੜੀ ਹੈ ਉਹ ਅਲਾਈਵ ਹੈ। ਅਗਰ ਕੋਈ ਆਫੀਸ਼ੀਅਲ ਜਾਂ ਕੋਈ ਹੋਰ ਕਿਸੇ ਕਿਸਮ ਦੀ ਸੈਪਰੇਸ਼ਨ ਹੋ ਗਈ ਹੈ, ਉਹ ਇੱਕ ਡਿਫਰੈਂਟ ਗੱਲ ਹੈ। ਉਸ ਪੁਆਇੰਟ ਨੂੰ ਵੀ ਮੈਂ ਸੰਗਤ ਨੂੰ ਬੇਨਤੀ ਕਰਾਂਗਾ ਕਿ ਆਪਾਂ ਉਸ ਗੱਲ ਨੂੰ ਜ਼ਰੂਰ ਡਿਸਕਸ ਕਰੀਏ, ਉਸ ਨੂੰ ਤੁਸੀਂ ਜ਼ਰੂਰ ਨੋਟ ਕਰੋ। ਫਿਰ ਅੰਮ੍ਰਿਤਧਾਰੀ ਸਿੰਘ ਜਿਹੜਾ ਹੈ, ਰਹਿਤ ਮਰਿਆਦਾ ਇਹ ਕਹਿੰਦੀ ਹੈ ਕਿ ਅੰਮ੍ਰਿਤਧਾਰੀ ਸਿੰਘ ਜਿਹੜਾ ਹੈ ਉਹ ਇੱਕ ਅੰਮ੍ਰਿਤਧਾਰੀ ਸਿੰਘ ਨਾਲ ਹੀ ਵਿਆਹ ਕਰ ਸਕਦਾ ਹੈ। ਸੋ ਸਪਾਊਸ ਜਿਹੜੇ ਨੇ, ਹਸਬੈਂਡ ਜਿਹੜਾ ਹੈ ਔਰ ਵਾਈਫ ਜਿਹੜੀ ਹੈ, ਅਗਰ ਉਹਨਾਂ ਵਿੱਚੋਂ ਇੱਕ ਅੰਮ੍ਰਿਤਧਾਰੀ ਹੈ ਤੇ both of them have to be ਅੰਮ੍ਰਿਤਧਾਰੀ। ਹੁਣ ਇਸ ਗੱਲ ਦੇ ਉੱਤੇ ਕਾਫੀ ਡਿਬੇਟ ਹੁੰਦੀ ਹੈ ਕਿ ਇੱਕ ਸਪਾਊਸ ਕਹਿੰਦਾ ਹੈ ਜਾਂ ਲੇਡੀ ਕਹਿੰਦੀ ਹੈ ਕਿ ਵੀ ਮੈਂ ਅੰਮ੍ਰਿਤ ਛਕਣਾ ਚਾਹਨੀ ਹਾਂ, ਪਰ ਮੇਰਾ ਹਸਬੈਂਡ ਜਾਂ ਮੇਰੀ ਵਾਈਫ ਜਿਹੜੇ ਨੇ ਉਹ ਤਿਆਰ ਨਹੀਂ ਹੈਗੇ, ਤੇ ਘਰ ਦੇ ਵਿੱਚ ਫਿਰ ਕਿਸ ਤਰ੍ਹਾਂ ਗੱਲ ਚੱਲੇਗੀ। ਗੁਰੂ ਸਾਹਿਬ ਇਹ ਕਹਿੰਦੇ ਨੇ ਔਰ ਰਹਿਤ ਮਰਿਆਦਾ ਵੀ ਇਹ ਕਹਿੰਦੀ ਹੈ ਕਿ ਜਿਹੜਾ ਬੰਦਾ ਅੰਮ੍ਰਿਤ ਛਕਣਾ ਚਾਹੁੰਦਾ ਹੈ, ਆਪਾਂ ਬਾਣੀ ਪੜ੍ਹਦੇ ਹਾਂ ਜਿਨ ਕੋ ਲੱਗੀ ਪਿਆਸ, ਸੋ ਉਹ ਜਿਸ ਬੰਦੇ ਨੂੰ ਉਹ ਪਿਆਸ ਲੱਗੀ ਹੈ, ਇਹ ਉਸ ਦੀ ਆਪਣੀ ਜਰਨੀ ਹੈ। ਉਸ ਨੂੰ ਆਪਣੀ ਜਰਨੀ ਇਸ ਕਰਕੇ ਨਹੀਂ ਸਟਾਪ ਕਰਨੀ ਚਾਹੀਦੀ ਕਿ ਦੂਸਰਾ ਬੰਦਾ ਜਿਹੜਾ ਰੈਡੀ ਫॉर ਕਮਿਟਮੈਂਟ ਨਹੀਂ ਹੈਗਾ। ਪਰ ਜਿਸ ਵੇਲੇ ਮੈਰਿਜ ਹੋ ਰਹੀ ਹੈ, ਅਗਰ ਲੜਕਾ ਜਿਹੜਾ ਹੈ ਜਾਂ ਲੜਕੀ ਜਿਹੜੀ ਹੈ ਉਹ ਅੰਮ੍ਰਿਤਧਾਰੀ ਹੈ, ਤੇ ਫਿਰ ਉਸ ਵਾਸਤੇ ਰਹਿਤ ਮਰਿਆਦਾ ਇਹ ਕਹਿੰਦੀ ਹੈ ਕਿ ਦੂਸਰਾ ਸਪਾਊਸ ਜਿਹੜਾ ਹੈ ਉਹ ਅੰਮ੍ਰਿਤਧਾਰੀ ਹੋਣਾ ਬਹੁਤ ਜ਼ਰੂਰੀ ਹੈ। ਹੋਰ ਕੁਝ ਛੋਟੀਆਂ ਚੀਜ਼ਾਂ ਨੇ ਜਿਨ੍ਹਾਂ ਬਾਰੇ ਆਈ ਥਿੰਕ ਆਪਾਂ ਸਾਰੇ ਜਾਣਦੇ ਹਾਂ ਕਿ ਵੀ ਰਹਿਤ ਮਰਿਆਦਾ ਇਹ ਕਹਿੰਦੀ ਹੈ ਕਿ ਜੋ ਵੀ ਕੋਈ ਇਨਸਾਨ ਸਿੱਖ ਫਲਸਫੇ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ, ਸਿੱਖ ਫੇਥ ਵਿੱਚ ਵਿਸ਼ਵਾਸ ਨਹੀਂ ਰੱਖਦਾ, ਉਸ ਦੇ ਨਾਲ ਮੈਰਿਜ ਜਿਹੜੀ ਹੈ ਉਹ ਨਹੀਂ ਕੀਤੀ ਜਾ ਸਕਦੀ। ਦੂਸਰੀ ਗੱਲ ਇਹ ਹੈ ਕਿ ਮੋਨਿਟਰੀ ਕੰਸੀਡਰੇਸ਼ਨ, ਭਾਵੇਂ ਉਹ ਡਾਉਰੀ ਹੈ ਜਾਂ ਪੈਸੇ ਵਾਸਤੇ ਵਿਆਹ ਹੈ, ਉਹ ਨਹੀਂ ਅਲਾਉਡ ਹੈਗਾ। ਕੋਈ ਕਿਸੇ ਕਿਸਮ ਦੀਆਂ ਡੈਕੋਰੇਸ਼ਨਸ ਜਿਹੜੀਆਂ ਨੇ, ਜਿਸ ਤਰ੍ਹਾਂ ਇੰਡੀਆ ਦੇ ਵਿੱਚ ਕਲਚਰ ਦੇ ਵਿੱਚ ਹੁੰਦੀਆਂ ਨੇ ਕਿ ਕਈ ਕਿਸਮ ਦੀਆਂ ਚੀਜ਼ਾਂ ਲਗਾਈਆਂ ਜਾਂਦੀਆਂ ਨੇ, ਮਹਿੰਦੀਆਂ ਲੱਗਦੀਆਂ ਨੇ, ਹੋਰ ਕਈ ਚੀਜ਼ਾਂ ਨੇ, ਵੀ ਆਲ ਹੈਵ ਗੋਨ ਥਰੂ ਦੈਟ। ਪਰ ਰਹਿਤ ਮਰਿਆਦਾ ਜਿਹੜੀ ਹੈ ਉਹਨਾਂ ਚੀਜ਼ਾਂ ਨੂੰ ਅਲਾਉ ਨਹੀਂ ਕਰਦੀ। ਪੁਰਾਣੇ ਟਾਈਮਾਂ ਦੇ ਵਿੱਚ ਇੱਕ ਵੇਦੀ ਦਾ ਕਨਸੈਪਟ ਹੁੰਦਾ ਸੀਗਾ। ਵੇਦੀ ਜਿਹੜਾ ਹੈ ਉਸ ਬਾਰੇ ਦੋ ਚੀਜ਼ਾਂ ਮੈਂ ਦੇਖੀਆਂ ਨੇ। ਇੱਕ ਤਾਂ ਉਸ ਕਹਿੰਦੇ ਨੇ ਵੀ ਇੱਕ ਉਹ ਵੁਡਨ ਕਨੋਪੀ ਬਣਾਈ ਜਾਂਦੀ ਹੈ ਜਿਸ ਦੇ ਵਿੱਚ ਬੈਠ ਕੇ ਉਹ ਮੈਰਿਜ ਹੁੰਦੀ ਹੈ, ਤੇ ਕੁਝ ਲੋਕ ਵੇਦੀ ਜਿਹੜਾ ਹੈ ਉਹ ਉਸ ਬਾਰੇ ਵੀ ਕਹਿੰਦੇ ਨੇ ਕਿ ਵੀ ਜਿਹੜੇ ਬੇਦੀ ਕੋਲ ਦੇ ਲੋਕੀ ਸਨ ਵੀ ਉਹਨਾਂ ਨੂੰ ਆਪਣੇ ਘਰ ਬੁਲਾਉਣਾ ਜਾਂ ਉਸ ਮੈਰਿਜ ਤੇ ਬੁਲਾਉਣਾ।
पर रहत मर्यादा ये कहती है कि इन्हां दोवां चीज़ां की कोई जरूरत नहीं है। एक होर जिहड़ी इंपॉर्टेंट चीज़ अक्सर आती है कि भी नाच गाना है या लिकर है, कोई होर इस किस्म दी चीज़ां ने। ਇੱਥੇ ਵੈਸਟਰਨ ਕਨਸੈਪਟਸ ਦੇ ਵਿੱਚ ਹੁਣ ਬੈਚਲਰ ਨਾਈਟਸ ਹੁੰਦੀਆਂ ਨੇ, ਸੋ ਉਸ ਨੂੰ ਵੀ ਸਿੱਖਾਂ ਨੇ ਫੋਲੋ ਕਰਨਾ ਸ਼ੁਰੂ ਕਰਤਾ ਹੈ। ਸਿੱਖ ਰਹਿਤ ਮਰਿਆਦਾ ਜੋ ਐਸਜੀਪੀਸੀ ਔਰ ਅਕਾਲ ਤਖਤ ਨੇ ਬਣਾਈ ਹੈ, ਉਸ ਦੇ ਵਿੱਚ ਉਹਨਾਂ ਦੀ ਕੋਈ ਜਗ੍ਹਾ ਨਹੀਂ ਹੈ। ਅੱਗੇ ਆ ਜਾਂਦਾ ਹੈ ਡਿਸਕਸ਼ਨ ਦੇ ਵਿੱਚ, ਹੁਣ ਆਪਾਂ ਕਰਦੇ ਹਾਂ ਕਈ ਹੋਰ ਚੀਜ਼ਾਂ ਨੇ ਜਿਨ੍ਹਾਂ ਨੂੰ ਮੈਂ ਬਿਲਕੁਲ ਟੱਚ ਨਹੀਂ ਕੀਤਾ, ਮੈਨੂੰ ਲੱਗਾ ਕਿ ਮੇਰੀ ਸਮਝ ਤੋਂ ਬਾਹਰ ਨੇ। ਇੱਕ ਹੈ ਡਿਵੋਰਸ ਦਾ ਕਨਸੈਪਟ ਔਰ ਇੱਕ ਹੈ ਇੰਟਰਫੇਥ ਵੈਡਿੰਗਸ ਦਾ ਕਨਸੈਪਟ। ਤੇ ਸੋ ਇੰਨਾ ਜਿੰਨਾ ਮੈਂ ਹਿਸਟਰੀ ਜਿਹੜੀ ਹੈ ਉਹ ਆਪ ਸਭ ਦੇ ਨਾਲ ਸ਼ੇਅਰ ਕਰਨਾ ਚਾਹੁੰਦਾ ਸੀਗਾ, ਤਾਂ ਕਿ ਆਪਾਂ ਜਿਹੜੀ ਇਹ ਚੀਜ਼ ਹੈ ਇਸ ਨੂੰ ਆਪਾਂ ਸ਼ੁਰੂ ਕਰ ਸਕੀਏ ਗੱਲ ਨੂੰ। ਉਸ ਦੇ ਵਿੱਚ ਜਿਹੜੇ ਹਿਸਟੋਰੀਕਲ ਫੈਕਟਸ ਨੇ ਉਸ ਤੇ ਜਾਂ ਜੋ ਰਹਿਤ ਮਰਿਆਦਾ ਹੈ ਅੱਜ ਦੀ ਤਰੀਕ 'ਚ ਸਾਨੂੰ ਕਹਿੰਦੀ ਹੈ, ਉਸ ਬਾਰੇ ਕੋਈ ਬਹੁਤਾ ਨਹੀਂ ਹੈ। ਉਹ ਤੇ ਜੋ ਉੱਥੇ ਲਿਖਿਆ ਸੀ ਮੈਂ ਉਹਨੂੰ ਨੋਟ ਕਰਕੇ ਆਪ ਦੇ ਨਾਲ ਸ਼ੇਅਰ ਕਰਤਾ। ਉਹ 'ਚ ਮੇਰੀ ਕੋਈ ਇੰਟੈਲੈਕਚੁਅਲ ਕੰਟਰੀਬਿਊਸ਼ਨ ਨਹੀਂ ਹੈਗੀ। ਇੰਟੈਲੈਕਚੁਅਲ ਕੰਟਰੀਬਿਊਸ਼ਨ ਆਈ ਥਿੰਕ ਇਹ ਹੁਣ ਹੈ ਕਿ ਵੀ ਆਪਾਂ ਉਸ ਚੀਜ਼ ਨੂੰ ਡਿਸਕਸ ਕਰੀਏ ਜੋ ਸਾਡਾ ਮੇਨ ਟੌਪਿਕ ਹੈ। ਔਰ ਮੈਂ ਸੰਗਤ ਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ, ਸਾਰੇ ਸੰਗਤ ਸੂਝਵਾਨ ਹੈ ਕਿ ਆਪ ਜੀ ਦਾ ਇਸ ਦੇ ਵਿੱਚ ਦੋ ਤਿੰਨ ਚੀਜ਼ਾਂ ਨੇ ਜੋ ਅਸੀਂ ਡਿਸਕਸ ਕਰ ਸਕਦੇ ਹਾਂ। ਕਿ ਇੱਕ ਤਾਂ ਇਹ, ਜਿਸ ਤਰ੍ਹਾਂ ਮੈਂ ਪਹਿਲੇ ਜ਼ਿਕਰ ਕੀਤਾ, ਕਿ ਗੁਰੂ ਸਾਹਿਬ ਨੂੰ ਕਿਉਂ ਲੱਗਾ ਕਿ ਆਨੰਦ ਕਾਰਜ ਦੀ ਸੈਰੇਮਨੀ ਦੀ ਜ਼ਰੂਰਤ ਹੈ। ਉਸ ਵੇਲੇ ਲੋਕਾਂ ਦੇ ਹੋਰਾਂ ਦੇ ਵਿਆਹ ਹੋ ਰਹੇ ਸੀਗੇ, ਲੋਕੀ ਕੋਈ ਅਨਮੈਰਿਡ ਤੇ ਨਹੀਂ ਸੀ ਰਹਿ ਰਹੇ। ਸੋ ਗੁਰੂ ਸਾਹਿਬ ਨੂੰ ਕਿਉਂ ਲੱਗਾ ਕਿ ਆਨੰਦ ਕਾਰਜ ਸੈਪਰੇਟ ਪ੍ਰੋਸੈਸ ਦੀ ਜ਼ਰੂਰਤ ਹੈ। ਉਸ ਪ੍ਰੋਸੈਸ ਦੇ ਵਿੱਚ ਕੀ ਅਲਾਉਡ ਹੈ, ਕੀ ਨਹੀਂ ਅਲਾਉਡ, ਔਰ ਕੀ ਅੱਜ ਦਾ ਸਿੱਖ ਜਿਹੜਾ ਹੈ ਉਸ ਪ੍ਰੋਸੈਸ ਨੂੰ ਫੋਲੋ ਕਰ ਰਿਹਾ ਹੈ ਕਿ ਜਾਂ ਉਸਨੇ ਆਪਣੇ ਗੁਰੂ ਦੀ ਜਿਹੜੀ ਜ਼ਰੂਰਤ ਉਸਨੇ ਸਮਝੀ ਸੀ, ਗੁਰੂ ਨੇ ਉਸ ਪਰਪਸ ਨੂੰ ਸਿੱਖ ਨੇ ਡਿਫੀਟ ਕਰਤਾ ਹੈ। ਉਸ ਚੀਜ਼ ਦੀ ਜਿਹੜੀ ਜਿਸ ਕਰਕੇ ਗੁਰੂ ਸਾਹਿਬ ਨੇ ਆਨੰਦ ਕਾਰਜ ਸ਼ੁਰੂ ਕੀਤਾ ਸੀ, ਕੀ ਅਸੀਂ ਅੱਜ ਆਪਣੀ ਅਣਗਹਿਲੀ ਦੇ ਵਿੱਚ, ਆਪਣੀ ਇਗਨੋਰੈਂਸ ਦੇ ਵਿੱਚ ਉਸ ਚੀਜ਼ ਨੂੰ ਅਸੀਂ ਖਤਮ ਤੇ ਨਹੀਂ ਕਰਤਾ, ਅਸੀਂ ਉਸ ਪਰਪਸ ਨੂੰ ਡਿਫੀਟ ਤੇ ਨਹੀਂ ਕਰਤਾ। ਐਂਡ ਗੋਇੰਗ ਫਾਰਵਰਡ ਕਿਸੇ ਵੀ ਸੁਸਾਇਟੀ 'ਚ ਜਿਸ ਵੇਲੇ ਅਸੀਂ ਰਹਿੰਦੇ ਹਾਂ ਤੇ ਅਸੀਂ ਕਿੱਥੇ ਤੱਕ ਜਾ ਸਕਦੇ ਹਾਂ, ਉਸ ਸੁਸਾਇਟੀ ਦੀਆਂ ਵੈਲਿਊਜ਼ ਨੂੰ ਜਾਂ ਪ੍ਰੋਸੈਸਿਸ ਨੂੰ ਜਾਂ ਰਿਚੁਅਲਸ ਨੂੰ ਅਡਾਪਟ ਕਰਨ ਦੇ ਵਿੱਚ ਜ਼ਰੂਰਤ ਹੈ ਵੀ ਹੈ ਕਿ ਨਹੀਂ ਹੈ। ਪਰ ਇੱਕ ਬੜੀ ਇੰਪੋਰਟੈਂਟ ਚੀਜ਼ ਜਿਹੜੀ ਸਾਨੂੰ ਫੇਸ ਕਰਦੀ ਹੈ ਉਹ ਹੈ ਡਿਵੋਰਸ, ਔਰ ਦੂਸਰੀ ਹੈ ਇੰਟਰਫੇਥ ਮੈਰਿਜਸ। ਸੋ ਆਈ ਥਿੰਕ ਇਹ ਕੁਝ ਲਾਰਜਰ ਟੌਪਿਕਸ ਨੇ ਜਿਹੜੇ ਸਾਨੂੰ ਡਿਸਕਸ ਕਰਨ ਦੀ ਜ਼ਰੂਰਤ ਹੈ। ਸੋ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਜੀ ਕਿ ਜੇ ਤੁਸੀਂ ਆਪਣੇ ਆਪ ਨੂੰ ਅਨਮਿਊਟ ਕਰਕੇ ਤੇ ਵੀ ਕੁਡ ਜਸਟ ਗੋ ਅਰਾਊਂਡ ਦ ਰੂਮ ਵੈਰੀ ਕੁਇਕਲੀ। ਤੇ ਮੈਂ ਜਿਹੜੀ ਜਾਣਕਾਰੀ ਆਪ ਸਭ ਨਾਲ ਸ਼ੇਅਰ ਕੀਤੀ ਹੈ ਉਸ 'ਚ ਅਗਰ ਕੋਈ ਵੀ ਮੇਰੇ ਤੋਂ ਭੁੱਲ ਚੁੱਕ ਹੋਈ ਹੈ, ਕੋਈ ਚੀਜ਼ ਮਿਸ ਕਰ ਗਿਆ ਤੇ ਮੈਂ ਮਾਫੀ ਚਾਹੁੰਦਾ। ਪਲੀਜ਼ ਫੀਲ ਫ੍ਰੀ ਟੂ ਐਡ ਟੂ ਇਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।